ਕਹਿੰਦੇ ਵੀ ਜਿਹੜੇ ਕਿਸਾਨ ਆਗੂ ਆ ਸ਼ਾਇਦ ਇਹਨਾਂ ਨੂੰ ਬੀਜੇਪੀ ਨੇ ਹੀ ਅੱਗੇ ਕੀਤਾ, ਤੁਸੀਂ ਵੋਟਾਂ ਤੋੜੋ ਪੇਂਡੂ ਖੇਤਰ ਦੀਆਂ। ਇਹਦੇ ਵਿੱਚ ਕਿੰਨੀ ਕੁ ਸੱਚਾਈ ਆ? ਕਿਸਾਨ ਆਗੂਆਂ ਦੇ ਵਿੱਚ ਵੀ ਤਾਂ ਏਕੇ ਦੀ ਘਾਟ ਆ। 12-13 ਕਿਸਾਨ ਜਥੇਬੰਦੀਆਂ ਪਰੇ ਰਹਿਣੀ ਕਹਿੰਦੀਆਂ ਵੀ ਨਾ, ਆਪਾਂ ਨਹੀਂ ਇਸ ਗੱਲ ਨਾਲ ਸਹਿਮਤ। ਆਮ ਆਦਮੀ ਪਾਰਟੀ ਨਾਲ ਗੱਠਜੋੜ ਹੋ ਜਾਂਦਾ, ਫਿਰ ਮਜ਼ਬੂਤ ਸਥਿਤੀ ਮੰਨਦੇ ਸੀ ਆਪਦੀ। ਤੁਹਾਡੇ ਸ਼ਰੀਕ ਤੇ ਤੁਹਾਡੇ ਵਿਰੋਧੀ ਇਹ ਗੱਲ ਕਹਿੰਦੇ ਵੀ ਰਾਜੇਵਾਲ ਸਾਹਿਬ ਨੇ ਵੀ ਤਾਂ ਅੰਬਾਰ ਖੜੇ ਕਰ ਲਏ, ਆਹ ਚੀਜ਼ ਵੀ ਬਣਾ ਲਈ, ਆਹ ਵੀ ਚੀਜ਼ ਬਣਾਈ, ਆਹ ਵੀ ਚੀਜ਼ ਬਣਾਈ। ਉਹਨਾਂ ਦਾ ਉੱਤਰ ਕੀ ਦੇਣਾ ਚਾਹੋਗੇ? ਜਦੋਂ ਕੁੱਤੇ ਭੌਂਕਦੇ ਨੇ, ਹਾਥੀ ਤੁਰੇ ਜਾਂਦੇ ਨੇ, ਆਈ ਡੈਮ ਕੇਅਰ ਫॉर ਦਿਸ। ਪਰ ਹੁਣ ਤਾਂ ਕੁਝ ਕੁ ਕਿਸਾਨ ਆਗੂਆਂ ਨੂੰ ਵੀ ਘੇਰਾ ਪੈਂਦਾ। ਮੈਨੂੰ ਤਾਂ ਕਿਸੇ ਨੇ ਨਹੀਂ ਕਹੀ, ਇਹ ਤੁਹਾਡੇ ਕੋਲ ਪਤਾ ਨਹੀਂ ਕਿੱਥੋਂ ਆ ਗਈ। ਮੈਂ ਸਾਡੇ ਕੈਂਡੀਡੇਟ ਨੂੰ ਘੇਰਨ ਦੀ ਕਿਉਂ ਮਿਸਾਲ ਨਹੀਂ। ਆਮ ਆਦਮੀ ਪਾਰਟੀ ਨਾਲ ਗੱਠਜੋੜ ਨਾ ਹੋਣ ਦਾ ਥੋੜਾ ਬਹੁਤਾ ਅਫਸੋਸ ਹੈ ਕਿ ਨਹੀਂ? ਨਾ, ਬਿਲਕੁਲ ਨਹੀਂ। ਇਹ ਜਿਹੜੇ ਬੰਦਿਆਂ ਨੂੰ ਖਤਰਾ ਸਾਤੋਂ ਮਹਿਸੂਸ ਹੁੰਦਾ ਉਹ ਇਹੋ ਜਿਹੀਆਂ ਗੱਲਾਂ ਕਰਦੇ ਨੇ, ਪਰ ਉਹ ਆਪਣੇ ਗਰੇਬਾਂ 'ਚ ਝਾਕਣ। ਉਹ ਆਪ RSS ਦੇ ਬੰਦੇ ਨੇ। ਮੈਂ ਉਹਨੂੰ ਇੱਕ ਡਾਕੂਮੈਂਟ ਦਿੱਤਾ, ਮੈਂ ਕਿਹਾ ਤੇਰੇ ਇੱਕ ਬੰਦੇ ਨੇ ਉੱਥੇ ਚੰਡੀਗੜ੍ਹ 'ਚ ਕੋਠੀ ਖਰੀਦੀ, ਪੈਸਾ ਕਿੱਥੋਂ ਆਇਆ? ਉਹਦਾ ਵੀ ਕੋਈ ਜਵਾਬ ਨਹੀਂ। ਵੀ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਨੇ ਇੱਕ ਵਾਰ ਨਹੀਂ ਬਹੁਤ ਵਾਰ ਕਿਹਾ ਵੀ ਨਾ ਅਸੀਂ ਚੋਣ ਪਿੰਡ ਦੇ ਵਿੱਚ ਆਉਣਾ, ਨਾ ਕਿਸੇ ਦੀ ਮਦਦ ਕਰਨੀ ਆ, ਨਾ ਕਿਸੇ ਨਾਲ ਤੁਰਨ ਦਾ ਅਹਿਦ ਕਰਨਾ, ਵਾਅਦਾ ਕਰਨਾ। ਤੇ ਫਿਰ ਕੀ ਮੰਨਦੇ ਹੋ ਵੀ ਉਹਨਾਂ ਦੀ ਜਥੇਬੰਦੀ ਕਾਫੀ ਵੱਡੀ ਆ? ਇਹ ਲੀਡਰਾਂ ਦੀ ਉਹ ਕਿਸੇ ਨੂੰ ਰੋਕਦੇ ਵੀ ਨਹੀਂ। ਕਿਸਾਨ ਜਿਹੜੇ ਨੇ ਉਹ ਚੋਣ ਨਹੀਂ ਲੜ ਸਕਦੇ। ਰੇਤੇ ਬਜਰੀ ਦਾ ਬਿਜ਼ਨਸ ਪਤਾ ਕਿੰਨੇ ਦਾ? 25,000 ਕਰੋੜ ਦਾ। 400 ਕਰੋੜ ਆਉਂਦਾ ਖਜ਼ਾਨੇ 'ਚ। ਇਹੀ ਇਹਨਾਂ ਦੀਆਂ ਖੱਡਾਂ ਨੇ। ਸ਼ਰਾਬ ਦਾ ਬਿਜ਼ਨਸ 55 ਤੋਂ 60,000 ਕਰੋੜ ਹੈ। ਜੇ ਅਸੀਂ ਇੱਥੇ ਕਾਰਪੋਰੇਸ਼ਨ ਬਣਾ ਲਈਏ ਤਾਂ ਕਿੰਨਾ ਪੈਸਾ ਆਊ? ਸਾਡੇ ਕੋਲ ਆਉਂਦਾ 1700 ਕਰੋੜ। ਕੱਲ ਨੂੰ ਮੈਂ ਹੋਵਾਂ CM, ਤੁਸੀਂ ਕਰਪਟ ਬੰਦੇ ਨੂੰ ਮੇਰੇ ਮੂਹਰੇ ਕਰ ਦਿਓ, ਮੇਰੀ ਤਾਂ ਉਹਦੇ ਨਾਲ ਲੜਾਈ ਹੋਈ ਜਾਊ। ਆਮ ਆਦਮੀ ਪਾਰਟੀ ਨੇ, BJP ਨੇ ਰਸਤੇ 'ਚ ਰੋੜੇ ਟਕਾਏ। ਮੈਨੂੰ ਇਹੋ ਜਿਹੇ ਲੋਕਾਂ ਦੇ ਕਰੈਕਟਰ ਤੇ ਸ਼ੱਕ ਪੈਂਦਾ, ਉਹ ਕਿਹੜੀ ਮਿੱਟੀ ਦੇ ਬਣੇ ਨੇ। ਰਾਜੇਵਾਲ ਨੇ ਜ਼ਿੰਦਗੀ 'ਚ ਕਰਪਸ਼ਨ ਨਹੀਂ ਕੀਤੀ। ਰਾਜੇਵਾਲ ਜ਼ਿੰਦਗੀ 'ਚ ਕਦੇ ਬੇਈਮਾਨ ਨਹੀਂ ਹੋਇਆ। ਬੇਈਮਾਨੀ ਸ਼ਬਦ ਤੋਂ ਮੈਨੂੰ ਐਲਰਜੀ ਹੈ। 14 ਉਮੀਦਵਾਰ ਨੇ ਸਮਰਾਲੇ ਦੇ ਵਿੱਚ, 14। ਉਹਨਾਂ ਦੇ ਵਿੱਚੋਂ 5 ਸਿਰ ਕੱਢਨੇ। ਫਸਵਾਂ ਮੁਕਾਬਲਾ ਉਹਨਾਂ ਦੇ ਵਿੱਚ ਇੱਕ ਤੁਸੀਂ ਵੀ ਹੋ। ਕਿੱਥੇ ਜੇ ਖੜਾ ਮਹਿਸੂਸ ਕਰਦੇ ਹੋ? ਮੈਂ ਜਿੱਤਾਂਗਾ ਪੱਕਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਸ਼ਨ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਇੱਕ ਵਾਰ ਫਿਰ ਪ੍ਰਾਈਮ ਇਲੈਕਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਤੇ ਸਾਡੇ ਨਾਲ ਅੱਜ ਗੱਲਬਾਤ ਕਰਨਗੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ। ਰਾਜੇਵਾਲ ਸਾਹਿਬ ਨੇ ਬਾਕੀ ਕਿਸਾਨ ਆਗੂਆਂ ਦੇ ਵਾਂਗ, ਹੋਰ ਕਿਸਾਨਾਂ ਦੇ ਵਾਂਗ ਵੱਡਾ ਯੋਗਦਾਨ ਪਾਇਆ 3 ਖੇਤੀ ਕਾਨੂੰਨ ਵਾਪਸ ਕਰਵਾਉਣ ਦੇ ਵਿੱਚ। ਬਹੁਤ ਸਾਰੀਆਂ ਖਬਰਾਂ ਆਈਆਂ, ਬਹੁਤ ਤਰ੍ਹਾਂ ਦੇ ਮੋੜ ਕੱਟੇ ਗਏ ਅੰਦੋਲਨ ਦੇ ਵਿੱਚ। ਤੇ ਹੁਣ ਜਦੋਂ ਉਹ ਰਾਜਨੀਤੀ ਦੇ ਵਿੱਚ ਨਿੱਤਰ ਕੇ ਆਏ ਆ ਤਾਂ ਬਹੁਤ ਸਾਰੇ ਮੋੜ ਹੁਣ ਵੀ ਸਾਹਮਣੇ ਆ ਰਹੇ ਆ। ਕਦੇ ਕਿਸੇ ਕਿਸਾਨ ਜਥੇਬੰਦੀ ਦੇ ਇੱਟ ਖੜਕੇ ਦੀ ਗੱਲ, ਕਦੇ ਕਿਸੇ ਤਰ੍ਹਾਂ ਦੀ ਗੱਲ, ਕਦੇ ਕਿਸੇ ਤਰ੍ਹਾਂ ਦੀ ਗੱਲ। ਰਾਜੇਵਾਲ ਸਾਹਿਬ ਨੂੰ ਪੁੱਛਾਂਗੇ ਜੀ ਕਿ ਅੰਦੋਲਨ ਦੇ ਵਿੱਚ ਵਿਚਰ ਕੇ ਤੇ ਹੁਣ ਲੋਕਾਂ ਤੋਂ ਵੋਟਾਂ ਮੰਗ ਕੇ ਕਿਵੇਂ ਮਹਿਸੂਸ ਹੁੰਦਾ, ਕਿੱਥੇ ਜੇ ਖੜੇ ਮਹਿਸੂਸ ਕਰਦੇ ਆ ਕਿਸਾਨ ਆਗੂ ਯਾਨੀ ਕਿ ਕਿਸਾਨ ਉਮੀਦਵਾਰ, ਤੇ ਬਹੁਤ ਸਾਰੀਆਂ ਹੋਰ ਗੱਲਾਂ ਬਾਤਾਂ। ਰਾਜੇਵਾਲ ਸਾਹਿਬ, ਸਵਾਗਤ ਹੈ ਜੀ। ਮਿਹਰਬਾਨੀ ਜੀ। ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ? ਚੜ੍ਹਦੀ ਕਲਾ 'ਚ। ਅਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਵੀ ਤੁਹਾਨੂੰ ਬਹੁਤ ਜ਼ਿਆਦਾ ਬੋਲਣਾ ਪੈਂਦਾ, ਜਿਹਦੇ ਕਰਕੇ ਤੁਹਾਨੂੰ ਖੰਘ ਵੀ ਆ ਰਹੀ ਹੈ। ਤੇ ਫਿਰ ਵੀ ਧੰਨਵਾਦ, ਤੁਸੀਂ ਸਮਾਂ ਦਿੱਤਾ। ਨਹੀਂ, ਮਿਹਰਬਾਨੀ। ਇਹ ਤਾਂ ਹੈ, ਠੀਕ ਹੈ ਵੀ ਦਿਨ ਵਿੱਚ 15 ਮੀਟਿੰਗਾਂ ਅਟੈਂਡ ਕਰਨੀਆਂ, ਅੱਧਾ ਘੰਟਾ ਬੋਲਣਾ, ਉਹ ਤਾਂ ਇੱਕ ਅਲੱਗ ਤਜਰਬਾ ਹੈ। ਔਰ ਫਿਰ ਵੈਸੇ ਖੰਘ ਕਈ ਕਾਰਨ ਨੇ, ਕੁਛ ਇੱਕ ਤਾਂ ਮਿੱਟੀ ਘਟਾ ਬੜਾ ਹੁੰਦਾ ਜਦੋਂ ਕੰਪੇਅਰ ਚੱਲਦੇ ਆ, ਕੋਈ ਇਹਦੇ ਨਾਲ ਕੋਈ ਫਰਕ ਨਹੀਂ ਪਿਆ। ਰਾਜੇਵਾਲ ਸਾਹਿਬ, ਕਿਸਾਨ ਅੰਦੋਲਨ ਦੇ ਵਿੱਚ ਵਿਚਰਦਿਆਂ ਜਾਂ ਹੁਣ ਤੱਕ ਵੱਖ-ਵੱਖ ਮੁੱਦਿਆਂ ਦੇ ਵਿੱਚ ਯੋਗਦਾਨ ਪਾਉਂਦਿਆਂ ਕੀ ਮਹਿਸੂਸ ਕਰਦੇ ਸੀ ਤੇ ਕੀ ਕਦੇ ਇਹ ਮਹਿਸੂਸ ਕੀਤਾ ਸੀ ਵੀ ਇਸ ਤਰੀਕੇ ਨਾਲ ਜਦੋਂ ਵੋਟਾਂ ਮੰਗਾਂਗੇ ਉਦੋਂ ਲੋਕਾਂ ਦੇ ਵਿਚਾਰਾਂ ਦੇ ਵਿੱਚ ਕੋਈ ਤਬਦੀਲੀ ਨਜ਼ਰ ਆਊਗੀ, ਜਾਂ ਲੋਕ ਉਸੇ ਰੌਂ ਦੇ ਵਿੱਚ ਤੇ ਉਸੇ ਸੁਰ ਦੇ ਵਿੱਚ ਹੁਣ ਵੀ ਹੈ ਜਿਵੇਂ ਕਿ ਅੰਦੋਲਨ ਦੇ ਵਿੱਚ ਸੀ? ਨਹੀਂ, ਇੱਕ ਫਰਕ ਹੋਇਆ। ਉਹ ਇਹ ਸੀ ਵੀ ਅਸੀਂ ਉੱਥੇ ਬੈਠੇ ਸੀ ਅੰਦੋਲਨ 'ਚ, ਜਿਹੜੀਆਂ ਪੋਲੀਟੀਕਲ ਪਾਰਟੀਆਂ ਨੂੰ ਅਸੀਂ ਖੰਘਣ ਨਹੀਂ ਸੀ ਦਿੰਦੇ ਉੱਥੇ, ਉਹ ਇੱਥੇ ਪਿੱਛੇ ਆਪਣਾ ਨੈਟਵਰਕ ਮਜ਼ਬੂਤ ਕਰੀ ਗਈਆਂ। ਉਹਨਾਂ ਨੇ ਇੱਥੇ ਟਾਈ ਅਪ ਕਰਕੇ ਲੋਕਾਂ ਨੇ ਇੱਕ ਕਾਫੀ ਤਕੜਾ ਨੈਟਵਰਕ ਖੜਾ ਕਰ ਲਿਆ। ਅਸੀਂ ਬਿਲਕੁਲ ਨਵੇਂ ਸੀ। ਇੱਕ ਤਾਂ ਉੱਥੇ ਹੀ ਟਾਈਮ ਬਹੁਤ ਲੱਗ ਗਿਆ, ਫਿਰ ਇੱਥੇ ਆ ਕੇ ਬਾਕੀ ਜਿਹੜੀਆਂ ਫਾਰਮੈਲਿਟੀਜ਼ ਉਹ ਕੰਪਲੀਟ ਕਰਨ ਨੂੰ ਟਾਈਮ ਲੱਗ ਗਿਆ। ਸਾਡੇ ਕੋਲ ਸਮਾਂ ਕੋਈ ਨਹੀਂ ਸੀ, ਇੱਕ ਗੱਲ।
ਦੂਸਰੀ ਕਿ ਵੀ ਸੀ ਵੀ ਜਿਹੜੇ ਸਾਡੇ ਕੋਲ ਕੈਂਡੀਡੇਟ ਹੈ ਉਹ ਕੋਈ ਇਲੈਕਸ਼ਨ ਲੜਨ ਵਾਲੇ ਨਹੀਂ ਸੀ। ਪਹਿਲੀ ਵਾਰੀ ਇਲੈਕਸ਼ਨ ਲੜਨ ਵਾਲੇ ਨੇ ਤਕਰੀਬਨ ਸਾਰੇ ਹੀ। ਔਰ ਇਹ ਵੀ ਨਾਲ ਇੱਕ ਹੈਗੀ ਪ੍ਰੋਬਲਮ ਵੀ ਕਿਸੇ ਕੋਲ ਪੈਸਾ ਨਹੀਂ, ਜਿੰਨਾ ਅੱਜ ਦੀ ਰਾਜਨੀਤੀ 'ਚ ਪੈਸਾ ਖਰਚ ਹੁੰਦਾ ਹੈ, ਜਿਵੇਂ ਪਾਣੀ ਵਾਂਗੂ ਪੈਸਾ ਬਹਾਉਂਦੇ ਨੇ, ਸਾਡੇ ਕੋਲ ਤਾਂ ਕੁਝ ਵੀ ਨਹੀਂ। ਅਸੀਂ ਪਾਰਟੀ ਫੰਡ ਹੈ ਹੀ ਨਹੀਂ ਸਾਡੇ ਕੋਲ। ਤੇ ਸਾਨੂੰ ਕਈ ਕੈਂਡੀਡੇਟ ਫੋਨ ਕਰਕੇ ਕਹਿੰਦੇ ਸਾਨੂੰ ਪਾਰਟੀ ਫੰਡ ਚੋਂ ਕੁਝ ਦੇ ਦਿਓ। ਅਸੀਂ ਕਿਹਾ ਭਰਾ ਅਸੀਂ ਤਾਂ ਕਿਸੇ ਤੋਂ ਧੇਲਾ ਲਿਆ ਨਹੀਂ, ਈਵਨ ਟਿਕਟ ਦੇਣ ਵੇਲੇ ਵੀ ਅਸੀਂ ਕਿਸੇ ਤੋਂ ਕੁਝ ਨਹੀਂ। ਅਸੀਂ 11,000 ਰੱਖੀ ਜਨਰਲ ਕੈਟੇਗਰੀ ਵਾਲੇ ਦੀ ਫੀਸ ਤੇ 5,000 ਜਿਹੜਾ SC ਕੈਂਡੀਡੇਟ ਸੀ ਉਹ ਵੀ ਅਸੀਂ ਬਾਅਦ 'ਚ ਰੱਖੀ ਜਦੋਂ ਟਿਕਟ ਦੇ ਦਿੱਤਾ। ਪਹਿਲਾਂ ਨਹੀਂ ਕਿਸੇ ਤੇ ਧੇਲਾ ਲਿਆ, ਉਹ ਵੀ ਸਾਰਿਆਂ ਨੇ ਨਹੀਂ ਦਿੱਤੀ। ਤੇ ਸਾਡੇ ਕੋਲ ਫਿਰ ਕਿਹੜਾ ਪਾਰਟੀ ਫੰਡ ਆ ਗਿਆ। ਅਸੀਂ ਉਹਨਾਂ ਨੂੰ ਕਿਹਾ ਵੀ ਭਰਾਓ ਇਹ ਤਾਂ ਸਾਡੇ ਕੋਲ ਹੈ ਨਹੀਂ, ਨਾ ਅਸੀਂ ਕਿਤੋਂ ਲਿਆ, ਨਾ ਸਾਨੂੰ ਕੋਈ ਫਾਈਨੈਂਸ ਕਰ ਰਿਹਾ। ਤੋ ਇਦਾਂ ਦੀਆਂ ਦਿੱਕਤਾਂ ਜ਼ਰੂਰ ਆਉਂਦੀਆਂ, ਪਰ ਇਹਦੇ ਬਾਵਜੂਦ ਲੋਕਾਂ ਵੱਲੋਂ ਸਹਿਯੋਗ ਮਿਲਣ ਉੱਤੇ ਅਸੀਂ ਬਹੁਤ ਤਕੜੀ ਲੜਾਈ ਦੇ ਰਹੇ ਹਾਂ। ਆਉਣ ਵਾਲੇ ਦਿਨਾਂ ਵਿੱਚ ਮੈਨੂੰ ਲੱਗਦਾ ਵੀ ਵਧੂਗਾ ਇਹ ਕੰਮ। ਪਰ ਰਾਜਵੜ ਸਾਹਿਬ, ਬਹੁ ਗਿਣਤੀ ਜਿਹੜੇ ਸਾਡੇ ਸੱਜਣ ਨੇ, ਜਿਹੜੇ ਸਾਡੇ ਦੋਸਤ ਮਿੱਤਰ ਨੇ, ਉਹ ਇਹ ਸੋਚਦੇ ਆ, ਉਹਨਾਂ ਦਾ ਸੋਚਣਾ ਸ਼ਾਇਦ ਤੁਹਾਡੇ ਨਾਲ ਅਸਹਿਮਤੀ ਦੀ ਗੱਲ ਹੋ ਸਕਦੀ ਹੈ। ਉਹ ਕਹਿੰਦੇ ਵੀ ਜਦੋਂ ਅਸੀਂ ਪਿੰਡਾਂ, ਸ਼ਹਿਰਾਂ, ਕਸਬਿਆਂ ਦੇ ਵਿੱਚੋਂ ਅੰਦੋਲਨ ਵਾਸਤੇ ਗਏ ਸੀ ਦਿੱਲੀ ਦੇ ਵੱਲ, ਉਦੋਂ ਸਾਡਾ ਏਜੰਡਾ ਇੱਕ ਸੀ ਵੀ ਖੇਤੀ ਕਾਨੂੰਨ ਵਾਪਸ ਕਰਵਾ ਕੇ ਹੀ ਮੁੜਨਾ। ਉੱਦਾਂ ਅਸੀਂ ਅਕਾਲੀ ਵੀ ਸੀ, ਕਾਂਗਰਸੀ ਵੀ ਸੀ, ਆਪ ਵਾਲੇ ਵੀ ਸੀ, ਹੋਰ ਪਾਰਟੀਆਂ ਵਾਲੇ ਵੀ ਸੀ, ਤੇ ਵਾਪਸ ਆਉਂਦੇ ਅਸੀਂ ਫਿਰ ਉਵੇਂ ਹੀ ਸੀ। ਸਹਿਮਤ ਹੋ? ਨਹੀਂ, ਇਸ ਤਰ੍ਹਾਂ ਵੀ ਨਹੀਂ ਸੀ। ਇਹ ਤਾਂ ਜਿਹੜਾ ਇਹਨਾਂ ਨੇ ਸਾਡੀ ਗੈਰ ਹਾਜ਼ਰੀ 'ਚ ਕੰਮ ਕੀਤਾ ਉਹੀ ਉਸੇ ਦਾ ਤੁਸੀਂ ਜ਼ਿਕਰ ਕਰਦੇ ਹੋ। ਅਦਰਵਾਈਜ਼ ਜਿਹੜੇ ਉੱਥੋਂ ਲੋਕ ਆਏ ਅੱਜ ਵੀ ਉਹ ਮੁੜ ਕੇ ਫੇਰ ਸਾਡੇ ਵੱਲ ਆ ਰਹੇ ਨੇ। ਪਰ ਤੁਹਾਡੇ ਨਾਲ ਪੈਰ ਤੇ ਧੋਖਾ ਹੋਇਆ। ਅਸੀਂ ਇਹ ਰਿਪੋਰਟਾਂ ਪੜ੍ਹੀਆਂ, ਮੀਡੀਆ ਦੇ ਵਿੱਚ ਗੱਲ ਆਉਂਦੀ ਆ, ਰਜਿਸਟ੍ਰੇਸ਼ਨ ਕਰਾਉਣੀ ਚਾਹੀ ਸੰਯੁਕਤ ਸਮਾਜ ਪਾਰਟੀ ਦੀ, ਉਹ ਹੋਈ ਨਹੀਂ ਵੇਲੇ ਸਿਰ। ਅੰਦੋਲਨ ਦੇ ਵਿੱਚ ਤੁਸੀਂ ਯੋਗਦਾਨ ਪਾਉਂਦੇ ਰਹੇ, ਪਰ ਟਰੈਕਟਰ ਤੇ ਟਰਾਲੀ ਇੱਕ ਬ੍ਰਾਂਡ ਬਣ ਗਿਆ ਸਾਡਾ। ਅੱਜ ਜਿੱਥੇ ਟਰੈਕਟਰ ਦੇਖਦੇ ਆ, ਮਾਣ ਦੇ ਨਾਲ ਸਲੂਟ ਮਾਰਨ ਨੂੰ ਜੀ ਕਰਦਾ, ਜਿਵੇਂ ਅਸੀਂ ਫੌਜੀ ਨੂੰ ਸਲੂਟ ਮਾਰਦੇ ਹੁੰਦੇ ਆ। ਨਾ ਤੁਹਾਨੂੰ ਟਰੈਕਟਰ ਮਿਲਿਆ ਚੋਣ ਨਿਸ਼ਾਨ, ਨਾ ਟਰਾਲੀ ਮਿਲੀ ਮੰਜੀ। ਤੁਹਾਨੂੰ ਲੱਗਦਾ ਜੀ ਕਿ ਇਹ ਤੁਹਾਡੀ ਪੈਰ ਮਿੱਧਣ ਦੇ ਲਈ ਕੋਈ ਕਾਰਵਾਈ ਹੋਈ ਹੈ? ਨਹੀਂ, ਇਹ ਤਾਂ ਇਹਦੇ 'ਚ ਤਾਂ ਕੋਈ ਦੋ ਰਾਇਆ ਨਹੀਂ। ਇੱਕ ਤਾਂ ਸਾਨੂੰ ਕੋਈ ਤਜਰਬਾ ਨਹੀਂ ਸੀ, ਪੋਲੀਟੀਕਲ ਤਜਰਬਾ ਕੋਈ ਨਹੀਂ ਸੀ। ਅਸੀਂ ਨਵੇਂ ਆਏ। ਫਿਰ ਜਿਹੜੇ ਪੋਲੀਟੀਸ਼ੀਅਨ ਨੇ, ਹੰਡੇ ਹੋਏ ਕਾਗ ਪੋਲੀਟੀਸ਼ੀਅਨ, ਆਮ ਆਦਮੀ ਪਾਰਟੀ ਵਾਲੇ ਔਰ BJP ਵਾਲੇ, ਇਹ ਸਾਡੇ ਪੇਸ਼ ਪੈ ਗਏ। ਇਹਨਾਂ ਨੇ BJP ਦੀ ਸਰਕਾਰ ਹੈ, ਅਸਲ 'ਚ ਤਾਂ ਦੋਵੇਂ BJP ਤੇ ਆਮ ਆਦਮੀ ਪਾਰਟੀ ਹੈ ਤਾਂ ਇੱਕੋ। ਉਹ ਕਹਿੰਦਾ ਵੀ ਮੈਂ RSS ਫੈਮਿਲੀ 'ਚੋਂ ਆ, ਤੇ ਹੈ ਤਾਂ ਦੋਵੇਂ ਇੱਕੋ। ਇਹਨਾਂ ਨੇ ਫਿਰ ਰੋੜੇ ਅਟਕਾਉਣੇ ਸ਼ੁਰੂ ਕਰ ਦਿੱਤੇ। ਇਹਨਾਂ ਦੇ ਰੋੜਿਆਂ ਨੇ ਹੀ ਸਾਨੂੰ ਬਹੁਤ ਸਮਾਂ ਸਾਡਾ ਲੈ ਲਿਆ। ਉਹਦੇ ਕਰਕੇ ਸਾਨੂੰ ਨਾ ਤਾਂ ਸਿੰਬਲ ਮਿਲਿਆ ਤੇ ਨਾ ਸਾਡੀ ਰਜਿਸਟ੍ਰੇਸ਼ਨ ਵੇਲੇ ਸਿਰ ਹੋਈ। ਪਰ ਜਦੋਂ ਤੁਹਾਡੀ ਆਮ ਆਦਮੀ ਪਾਰਟੀ ਦੇ ਨਾਲ ਗੱਲਬਾਤ ਚੱਲਦੀ ਸੀ, ਕੇਜਰੀਵਾਲ ਸਾਹਿਬ ਕਹਿੰਦੇ ਵੀ ਤੁਹਾਨੂੰ 10 ਤੋਂ ਲੈ ਕੇ 15 ਸੀਟਾਂ ਦੇਣਾ ਅਸੀਂ ਮੰਨਦੇ ਸੀ, ਪਰ ਤੁਸੀਂ ਮੰਗੀਆਂ 60। ਇਹਦੇ ਵਿੱਚ ਸੱਚਾਈ ਕਿੰਨੀ ਕਾ? ਨਹੀਂ, ਇਹ ਫਿਰ ਬਹੁਤ ਸਾਰੀਆਂ ਗਲਤਫਹਿਮੀਆਂ ਨੇ ਮੀਡੀਆ ਵਿੱਚ ਫੈਲਾਈਆਂ ਜਾ ਰਹੀਆਂ। ਅਸਲ 'ਚ ਗੱਲ ਇਹ ਸੀ ਵੀ ਜਦੋਂ ਉਹ ਮੈਨੂੰ ਵਿਸਪਰਿੰਗ ਕੰਪੇਨ ਨਾਲ CM ਕਰ ਰਹੇ ਸੀ, ਅਸੀਂ ਉਦੋਂ ਮੋਰਚੇ ਸੀਗੇ। ਸਾਡਾ ਇਹ ਫੈਸਲਾ ਸੀਗਾ ਵੀ ਅਸੀਂ ਕੋਈ ਪੋਲੀਟੀਕਲ ਕਮੈਂਟ ਕਰਨਾ ਹੀ ਨਹੀਂ, ਅਸੀਂ ਚੁੱਪ ਰਹੇ। ਉਹ ਇਹਦਾ ਫਾਇਦਾ ਉਠਾ ਕੇ ਬਹੁਤ ਜ਼ਿਆਦਾ ਉਹਨਾਂ ਨੇ ਪ੍ਰਚਾਰ ਕਰਤਾ CM ਦਾ। ਉਸ ਤੋਂ ਬਾਅਦ ਜਦੋਂ ਅਸੀਂ ਮੋਰਚਾ ਫਤਿਹ ਹੋਇਆ, ਦੇਖਿਆ ਵੀ ਫਿਰ ਇਹ ਟਿਕਟਾਂ ਵੰਡਣ ਲੱਗੇ ਨੇ। ਮੈਂ ਜਿਹੜੇ ਟਿਕਟਾਂ ਵੰਡਣ ਵਾਲੇ ਉਹਦੇ ਆਦਮੀ ਸੀ ਉਹਨਾਂ ਨੂੰ ਕਿਹਾ ਵੀ ਇਦਾਂ ਨਾ ਕਰੋ, ਜੇ ਮੈਨੂੰ CM ਬਣਾਉਣਾ ਹੈ ਤਾਂ ਘੱਟੋ ਘੱਟ ਮੈਨੂੰ ਪੁੱਛ ਤਾਂ ਲਓ ਵੀ ਕਿਹਨੂੰ ਟਿਕਟ ਦਿੰਦੇ ਹੋ, ਬੰਦਾ ਕਿਹਾ ਜਾਊ। ਕੱਲ ਨੂੰ ਮੈਂ ਹੋਵਾਂ CM, ਤੁਸੀਂ ਕਰਪਟ ਬੰਦੇ ਨੂੰ ਮੇਰੇ ਮੂਹਰੇ ਕਰ ਦਿਓ, ਮੇਰੀ ਤਾਂ ਉਹਦੇ ਨਾਲ ਲੜਾਈ ਹੋਈ ਜਾਊ। ਕੋਈ ਜਵਾਬ ਨਹੀਂ ਸੀ। ਉਹਨਾਂ ਨੇ ਦੂਜੀ ਲਿਸਟ ਜਾਰੀ ਕਰਤੀ, ਤੀਜੀ ਲਿਸਟ ਜਾਰੀ ਕਰਤੀ। ਫਿਰ ਮੈਂ ਕੇਜਰੀਵਾਲ ਦੇ ਕੋਲ ਗਿਆ, ਜਾ ਕੇ ਉਹਨੂੰ ਮੈਂ ਕਿਹਾ ਵੀ ਮੈਂ ਕੁਝ ਕਾਗਜ਼ ਰੱਖਿਆ, ਅਸੀਂ ਬਿਲਕੁਲ ਕੋਰੇ ਹਾਂ, ਇਹਨਾਂ ਵਾਂਗੂ ਰਾਜਨੀਤਿਕ ਲੋਕਾਂ ਵਾਂਗੂ ਸਾਨੂੰ ਕਰਨਾ ਨਹੀਂ ਆਉਂਦਾ। ਮੈਂ ਉਹਨੂੰ ਇੱਕ ਡਾਕੂਮੈਂਟ ਦਿੱਤਾ, ਮੈਂ ਕਿਹਾ ਤੇਰੇ ਇੱਕ ਬੰਦੇ ਨੇ ਉੱਥੇ ਚੰਡੀਗੜ੍ਹ 'ਚ ਕੋਠੀ ਖਰੀਦ ਲਈ, ਪੈਸਾ ਕਿੱਥੋਂ ਆਇਆ? ਮੈਂ ਕੱਢ ਦੇਣਾ। ਮੈਂ ਕਿਹਾ ਤੂੰ ਦੇਖ। ਫਿਰ ਦੂਜੀ ਮੈਂ ਕਿਹਾ ਇੱਕ ਤੇਰੇ ਬੰਦੇ ਨੇ ਇੱਕ ਇਨੋਵਾ ਕਾਰ ਇੱਕ ਕੈਂਡੀਡੇਟ ਤੋਂ ਨਵੀਂ ਲੈ ਲਈ, ਉਹ ਲੜਕੀ ਪਤਾ ਨਹੀਂ ਉਹਦੀ ਗਰਲਫ੍ਰੈਂਡ ਹੈ ਕਿ ਫਾਈਨੈਂਸੀ ਹੈ, ਮੈਨੂੰ ਇਹ ਨਹੀਂ ਪਤਾ, ਪਰ ਆ ਪਏ ਆ ਕਾਗਜ਼। ਤੇ ਉਹਨੇ ਕਿੱਥੋਂ ਲੈ ਲਈ ਗੱਡੀ ਨਵੀਂ ਇਨੋਵਾ? ਤੇ ਉਹਦਾ ਵੀ ਕੋਈ ਜਵਾਬ ਨਹੀਂ। ਫਿਰ ਮੈਂ ਕੁਛ ਉਹਨੂੰ ਆਡੀਓ ਦੀਆਂ ਕਲਿੱਪਾਂ ਦਿੱਤੀਆਂ। ਮੈਨੂੰ ਕਿਹਾ ਸੌਦੇ ਹੁੰਦੇ ਨੇ, ਕਿਸ ਤਰ੍ਹਾਂ ਚੱਲੂ ਕੰਮ? ਮੈਨੂੰ ਕਹਿੰਦਾ ਮੈਂ ਦੇਖ ਲੂੰ। ਚੱਕ ਕੇ ਜੇਬ 'ਚ ਪਾ ਲਈਆਂ। ਉਹ ਮੈਂ ਉਹਦੇ ਕੋਲੋਂ ਆ ਗਿਆ। ਅਸੀਂ ਦੋਏ ਬੈਠੇ ਸੀ, ਖਾਣਾ ਖਾ ਰਹੇ ਸੀਗੇ। ਜਦੋਂ ਇਹ ਗੱਲਬਾਤ ਸਾਰੀ ਹੋ ਗਈ, ਉੱਥੋਂ ਆ ਗਿਆ। ਤੀਜੇ ਕੁ ਦਿਨ ਮੈਸੇਜ ਆ ਗਿਆ ਮੇਰੇ ਬੇਟੇ ਕੋਲ, 1 ਨੰਬਰ ਪੋਜੀਸ਼ਨ ਤਾਂ ਹੈ ਨਹੀਂ। ਹਾਂ, ਉਸ ਦੌਰਾਨ ਉਹਨੇ ਇੱਕ ਗੱਲ ਕਹੀ ਵੀ ਸੀਟਾਂ ਕਿੰਨੀਆਂ ਲੈਣੀਆਂ। ਮੈਂ ਸਾਡੇ ਕੋਲ 60 ਕੈਂਡੀਡੇਟ ਤਾਂ ਅੱਜ ਤਿਆਰ ਨੇ। ਇਹ ਨਹੀਂ ਕਿਹਾ ਵੀ 60 ਸੀਟਾਂ ਲੈਣੀਆਂ।
ਮੈਂ ਕਿਹਾ 60 ਕੈਂਡੀਡੇਟ ਤਾਂ ਸਾਡੇ ਕੋਲ ਅੱਜ ਤਿਆਰ ਨੇ, ਉਹ 20-22 ਤੇ ਆ ਗਿਆ, 20-25 ਕਰ ਲਓ। ਮੈਂ ਕਿਹਾ ਇਦਾਂ ਨਹੀਂ ਗੱਲ ਬਣਨੀ। ਬਸ ਇੰਨੀ ਕੁ ਗੱਲ ਹੋਈ ਆ, ਨਾ ਸੀਟਾਂ ਦਾ ਫੈਸਲਾ ਹੋਇਆ, ਨਾ ਸੀਟਾਂ ਤੇ ਕੋਈ ਕਿੰਨੀਆਂ ਲੈਣੀਆਂ। ਉਹਨੇ ਕਿਹਾ ਵੀ 20-25 ਲੈ ਲਓ, ਹੁਣ ਅਸੀਂ ਐਲਾਨ ਕਰਤੀਆਂ। ਮੈਂ ਕਿਹਾ ਪਹਿਲਾਂ ਤਾਂ ਕਹਿੰਦੇ ਰਹੇ ਹੋ ਵੀ ਕੋਈ ਗੱਲ ਨਹੀਂ, ਅਸੀਂ ਬਦਲ ਦਾਂਗੇ। ਕੋਈ ਜਵਾਬ ਨਹੀਂ। ਪਰ ਤੁਸੀਂ ਇਹ ਚਾਹੁੰਦੇ ਸੀ ਵੀ ਕੁਝ ਕੁ ਉਮੀਦਵਾਰਾਂ ਦੀ ਟਿਕਟ ਵਾਪਸ ਵੀ ਲੈ ਲਈ ਜਾਵੇ? ਨਹੀਂ, ਉਹਨਾਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਵਾਪਸ ਵੀ ਲੈ ਲਾਂਗੇ, ਜੇ ਤੁਹਾਨੂੰ ਇਤਰਾਜ਼ ਹੈ ਅਸੀਂ ਵਾਪਸ ਲੈ ਕੇ ਤੁਹਾਨੂੰ ਇਹਦਾ ਨਾ ਚਿੰਤਾ ਕਰੋ। ਪਰ ਉਹ ਕੀਤਾ ਕੁਝ ਨਹੀਂ। ਐਸੇ ਗੱਲ ਤੇ ਅਸਲ ਤਾਂ ਸੀਟਾਂ ਦਾ ਨਹੀਂ ਰੌਲਾ, ਸੀਟਾਂ ਤੇ ਜਿਹੜਾ ਉਹਨੂੰ ਮੈਂ ਕਿਹਾ ਵੀ ਇਹੋ ਜਿਹੇ ਬੰਦੇ ਨਾਲ ਨਹੀਂ ਮੈਂ ਚੱਲ ਸਕਦਾ, ਪੰਗਾ ਇੱਥੋਂ ਪਿਆ। ਪਰ ਜੇ ਮੰਨ ਲਓ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੋ ਜਾਂਦਾ, ਫਿਰ ਮਜ਼ਬੂਤ ਸਥਿਤੀ ਮੰਨਦੇ ਸੀ ਆਪਦੀ? ਕਦੇ ਕਿਆਸ ਕੀਤਾ ਹੋਵੇ ਵੀ ਯਾਰ ਇਉਂ ਹੋ ਸਕਦਾ ਸੀ ਜੇਕਰ ਗੱਲ ਬਣ ਜਾਂਦੀ ਤਾਂ? ਨਹੀਂ, ਉਹ ਜੇ ਮੇਰੀ ਭੁੱਖ ਹੁੰਦੀ ਵੀ ਮੈਂ ਸੀਐਮ ਬਣਨਾ ਜ਼ਰੂਰ, ਫਿਰ ਤਾਂ ਹੋ ਜਾਣਾ ਸੀ। ਮੈਨੂੰ ਤਾਂ ਲੱਗਦਾ ਵੀ ਮੈਂ ਤਾਂ ਮੋਰ ਦੈਨ ਸੀਐਮ ਇਹ ਮਨ 'ਚ ਨਹੀਂ। ਮੈਂ ਤਾਂ ਸਿਰਫ ਇੱਕ ਮਿਸ਼ਨ ਦੇ ਤੌਰ ਤੇ ਇਹ ਪੋਲਿਟਿਕਸ 'ਚ ਆਇਆ, ਅਦਰਵਾਈਜ਼ ਮੇਰਾ ਕੋਈ ਇੰਟਰਸਟ ਨਹੀਂ। ਰਾਜਵਾਲ ਸਾਹਿਬ, ਕੁਝ ਕੁ ਲੋਕ ਇਹ ਗੱਲ ਕਹਿੰਦੇ ਆ, ਵੈਸੇ ਤਾਂ ਵੱਡੀ ਗਿਣਤੀ 'ਚ ਕਹਿੰਦੇ ਹੁਣ ਤਾਂ, ਵੀ ਕਿਸਾਨ ਆਗੂ ਜੇਕਰ ਰਾਜਨੀਤੀ ਵਿੱਚ ਨਾ ਆਉਂਦੇ ਤਾਂ ਵੀ ਠੀਕ ਸੀ, ਇਹ ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਰੱਖਦੇ। ਇਹ ਅਕਾਲੀ ਕਾਂਗਰਸੀ ਕਹਿੰਦੇ ਨੇ, ਉਹਨਾਂ ਨੂੰ ਤਕਲੀਫ ਹੈ। ਮੈਨੂੰ ਇਹ ਦੱਸਣ ਵੀ ਕਨਸਟੀਟਿਊਸ਼ਨ ਸਾਡੇ ਤੇ ਕਿੱਦਣ ਬੈਨ ਲੱਗਿਆ ਵੀ ਕਿਸਾਨ ਜਿਹੜੇ ਨੇ ਉਹ ਚੋਣ ਨਹੀਂ ਲੜ ਸਕਦੇ? ਇਹੀ ਲੜ ਸਕਦੇ ਆ, ਇਹੀ ਜ਼ਿਆਦਾ ਵਧੀਆ ਕੰਮ ਕਰ ਸਕਦੇ ਆ। ਸਾਰਾ ਭੱਠਾ ਬਿਠਾਤਾ ਸਿਸਟਮ ਦਾ। ਤੁਸੀਂ ਪੰਜਾਬ ਅੱਜ ਕਿੱਥੇ ਖੜਾ ਜੀ? 3.5 ਲੱਖ ਕਰੋੜ ਰੁਪਇਆ ਕਰਜ਼ਾ ਹੈ। ਜਿਹਦੀ ਸਰਕਾਰ, ਅਸੀਂ ਕਿਉਂ ਆਏ ਹਾਂ ਗੱਲ ਸਮਝੋ, ਇਹਦੇ 'ਚ ਹੈ ਕਿ ਜਿਹਦੀ ਸਰਕਾਰ ਬਣ ਜਾਂਦੀ ਉਹ ਜਿੰਨੇ ਰਿਸੋਰਸਿਸ ਨੇ ਉਹਨਾਂ ਤੇ ਕਬਜ਼ਾ ਕਰ ਲੈਂਦਾ ਔਰ ਉਹਨੂੰ ਖਾਣਾ ਸ਼ੁਰੂ ਕਰ ਦਿੰਦਾ। ਰੇਤੇ ਬਜਰੀ ਦਾ ਬਿਜ਼ਨਸ ਪਤਾ ਕਿੰਨੇ ਦਾ? 25,000 ਕਰੋੜ ਦਾ। 400 ਕਰੋੜ ਆਉਂਦਾ ਖਜ਼ਾਨੇ 'ਚ। ਇਹੀ ਇਹਨਾਂ ਦੀਆਂ ਖੱਡਾਂ ਨੇ, ਇਹਨਾਂ ਦੇ ਚਹੇਤਿਆਂ ਦੀਆਂ। ਔਰ ਮੈਨੂੰ ਕਿਸੇ ਨੇ ਜਦੋਂ ਉੱਥੇ ਮੋਰਚਾ ਸੀ, ਉਦੋਂ ਅਸੀਂ ਟੂਰਨਾਮੈਂਟ ਕਰਾਇਆ ਸੀ ਕਬੱਡੀ ਦਾ, ਔਰ ਮੈਨੂੰ ਇੱਕ ਸੱਜਣ ਆਏ, ਉਹਨਾਂ ਨੇ ਕਿਹਾ ਬਾਹਰੋਂ ਉਹਨਾਂ ਦੇ ਰਿਸ਼ਤੇਦਾਰਾਂ ਨੇ ਭੇਜੇ ਪੈਸੇ ਵੀ 5 ਲੱਖ ਰੁਪਇਆ ਫਸਟ ਆਉਣ ਵਾਲੀ ਟੀਮ ਨੂੰ ਤੁਹਾਡੇ ਹੱਥੋਂ ਦਵਾਉਣਾ ਇਨਾਮ। ਬੈਠੇ ਸੀ ਗੱਲਾਂ ਮਾਰਦੇ ਸੀ। ਉਹ ਹੌਲੀ ਹੌਲੀ ਮੈਨੂੰ ਕਹਿ ਬੈਠਾ ਵੀ ਮੇਰਾ ਰੇਤੇ ਦਾ ਬਿਜ਼ਨਸ ਹੈ। ਮੈਂ ਪੁੱਛਣ ਲੱਗ ਗਿਆ, ਕ੍ਰੇਜ਼ੀ ਹੋ ਗਿਆ। ਮੈਂ ਸਮਝਿਆ ਕੀ ਹੈ। ਉਹਨੇ ਮੈਨੂੰ ਇੱਕ ਨਵੀਂ ਗੱਲ ਦੱਸੀ, ਕਹਿੰਦਾ ਹਿਮਾਚਲ ਚੋਂ ਉੱਪਰੋਂ ਪਹਾੜ ਤੋਂ ਹਰ ਰੋਜ਼ 2000 ਟਰੱਕ ਆਉਂਦਾ ਹੈ, ਗੋਲ ਜਿਹਾ ਛੋਟਾ ਜਿਹੜਾ ਹੁੰਦਾ ਪੱਥਰ ਉਹਦਾ। ਅੱਛਾ ਜੀ। ਕਹਿੰਦਾ 8000 ਰੁਪਇਆ ਟਰੱਕ ਦੇ ਗੁੰਡਾ ਟੈਕਸ ਹੈ। ਮੈਂ ਕਿਹਾ ਤਾਂ 1 ਕਰੋੜ 60 ਲੱਖ ਹੋ ਗਿਆ। ਕਹਿੰਦਾ ਰੋਜ਼ ਦਾ ਇੰਨਾ ਕਮਾਈ ਹੈ। ਤੇ ਸਾਡੇ ਜਿਹੜੇ ਕ੍ਰਸ਼ਰ ਨੇ ਉਹਨਾਂ ਤੋਂ ਇਹ ਲੀਡਰ 1000 ਰੁਪਇਆ ਰੋਜ਼ ਦਾ ਗੁੰਡਾ ਟੈਕਸ ਲੈਂਦੇ ਨੇ। ਜਿੰਨੇ ਕ੍ਰਸ਼ਰ ਨੇ 250-300 ਕ੍ਰਸ਼ਰ ਆ ਉੱਥੇ ਰੋਪੜ ਦੇ ਵਿੱਚ, ਤੇ 1000 ਰੁਪਇਆ ਰੋਜ਼ ਦਾ ਗੁੰਡਾ ਟੈਕਸ। ਇਹ ਸਾਰਾ ਕੁਝ ਜੇ ਕਿਤੇ ਖਜ਼ਾਨੇ 'ਚ ਆਵੇ ਤਾਂ ਪੰਜਾਬ ਕਿਵੇਂ ਗਰੀਬ ਹੋ ਸਕਦਾ ਜੀ? ਇਹ ਤਾਂ ਇੱਕ ਤਾਂ ਇਹ ਲੁੱਟੀ ਜਾਂਦੇ ਨੇ। ਦੂਸਰਾ, ਸ਼ਰਾਬ ਦਾ ਬਿਜ਼ਨਸ 55 ਤੋਂ 60,000 ਕਰੋੜ ਹੈ। ਤੁਹਾਨੂੰ ਯਾਦ ਹੋਊ ਤਾਮਿਲਨਾਡੂ ਨੇ ਸਭ ਤੋਂ ਪਹਿਲਾਂ ਤਜਰਬਾ ਕੀਤਾ ਸੀ, ਉਹਨਾਂ ਨੇ ਆਪਣੀ ਕਾਰਪੋਰੇਸ਼ਨ ਬਣਾ ਲਈ। ਬਿਲਕੁਲ ਸਹੀ। ਉਹਨਾਂ ਦੀ ਇਨਕਮ 10 ਟਾਈਮਸ ਹੋ ਗਈ। ਤੇ ਸਾਡੇ ਪੰਜਾਬ ਵਿੱਚ ਕਿਸੇ ਨੇ ਠੇਕਿਆਂ ਤੇ ਗੌਲਿਆ ਹੀ ਨਹੀਂ। ਇਹ ਠੇਕੇ ਇਹਨਾਂ ਦੇ ਨੇ, ਇਹਨਾਂ ਦੇ ਚਹੇਤਿਆਂ ਦੇ ਨੇ। ਜੇ 55-60,000 ਕਰੋੜ ਦਾ ਬਿਜ਼ਨਸ ਹੈ, ਜੇ ਅਸੀਂ ਇੱਥੇ ਕਾਰਪੋਰੇਸ਼ਨ ਬਣਾ ਲਈਏ ਤਾਂ ਕਿੰਨਾ ਪੈਸਾ ਆਊ? ਸਾਡੇ ਕੋਲ ਆਉਂਦਾ 1700 ਕਰੋੜ। ਇਸੇ ਤਰ੍ਹਾਂ ਟਰਾਂਸਪੋਰਟ ਦੇ ਬਿਜ਼ਨਸ 'ਚ ਇੱਕ ਪਰਮਿਟ ਲੈ ਕੇ 5-5 ਬੱਸਾਂ ਚਲਾਉਂਦੇ ਨੇ। 17,000 ਕਰੋੜ ਰੁਪਇਆ ਇੱਧਰੋਂ ਕੱਢ ਲੈਂਦੇ ਨੇ। ਤਾਂ ਇਹ ਜਿਹੜੀ ਲੁੱਟ ਮੱਚ ਗਈ ਨਾ, ਇਸ ਤਰ੍ਹਾਂ ਇਹਨਾਂ ਨੇ ਇਹ ਧਾਰ ਲਿਆ ਵੀ ਜਿਹੜੀ ਪੋਲਿਟਿਕਸ ਹੈ ਇਹ ਇੱਕ ਬਿਜ਼ਨਸ ਹੈ। ਪਹਿਲਾਂ ਇਨਵੈਸਟਮੈਂਟ ਕਰੋ, ਟਿਕਟ ਕਰੋੜਾਂ 'ਚ ਲਿਆਓ, ਫਿਰ ਕਰੋੜਾਂ ਰੁਪਈਆ ਖਰਚੋ, ਲੋਕਾਂ ਨੂੰ ਸ਼ਰਾਬਾਂ ਪਿਲਾਓ, ਵੋਟਾਂ ਮੁੱਲ ਖਰੀਦੋ। ਇੱਕ ਵਾਰੀ ਕਬਜ਼ਾ ਹੋ ਗਿਆ ਫਿਰ ਮੁੜ ਕੇ ਕੋਈ ਨਾ ਕੋਈ ਖੱਡ ਰਹਿ ਲਾਂਗੇ। ਪਰ ਰਾਜਵਾਲ ਸਾਹਿਬ, ਜਿਹੜੀਆਂ ਕਿਸਾਨ ਜਥੇਬੰਦੀਆਂ, ਉਹਨਾਂ ਦੇ ਨਾਲ ਨਾ ਇੱਕ ਤੁਲਨਾ ਕਰਕੇ ਗੱਲ ਪੇਸ਼ ਕੀਤੀ ਜਾ ਰਹੀ ਹੈ ਵੀ ਜਿਹੜੀਆਂ ਵੀ ਸਿਆਸੀ ਪਾਰਟੀਆਂ ਦੇ ਵਿੱਚ ਏਕੇ ਦੀ ਘਾਟ ਆ, ਭਾਵੇਂ ਉਹ ਕੋਈ ਵੀ ਪਾਰਟੀ ਕਿਉਂ ਨਾ ਹੋਵੇ, ਉਹ ਮੰਜ਼ਿਲ ਫਤਿਹ ਨਹੀਂ ਕਰਦੀ। ਤੇ ਕਿਸਾਨ ਆਗੂਆਂ ਦੇ ਵਿੱਚ ਵੀ ਤਾਂ ਏਕੇ ਦੀ ਘਾਟ ਆ। 12-13 ਕਿਸਾਨ ਜਥੇਬੰਦੀਆਂ ਪਹਿਲੇ ਦਿਨ ਹੀ ਕਹਿੰਦੀਆਂ ਵੀ ਨਾ, ਆਪਾਂ ਨਹੀਂ ਇਸ ਗੱਲ ਨਾਲ ਸਹਿਮਤ। ਜਦੋਂ ਆਪਾਂ ਇੱਕ ਪਾਸੇ ਨੂੰ ਨਕਦੀ ਸੇਧ ਨੂੰ ਤੁਰਦੇ ਨਹੀਂ ਤੇ ਫਿਰ ਸਫਲਤਾ ਕਿੰਨੀ ਕੁ ਦੂਰ ਮੰਨਦੇ ਹੋ ਜਾਂ ਹੈ ਕਿ ਨਹੀਂ? ਮੈਂ ਇਹਦੇ ਨਾਲ ਸਹਿਮਤ ਨਹੀਂ। ਅਸੀਂ ਜਿਹੜਾ ਅੰਦੋਲਨ ਲੜਿਆ, ਲੈਫਟ ਵਾਲੀਆਂ ਜਥੇਬੰਦੀਆਂ ਵੀ ਸੀ, ਸਾਡੀਆਂ ਆਮ ਜਥੇਬੰਦੀਆਂ ਵੀ ਸੀ। ਅਸੀਂ ਇੱਕ ਫੈਸਲਾ ਮੈਜੋਰਟੀ ਡਿਸੀਜਨ ਲੈਂਦੇ ਹੁੰਦੇ ਸੀ। ਅਸੀਂ ਹੁਣ 32 ਸੀ, 32 ਵਿੱਚੋਂ 22 ਇੱਕ ਪਾਸੇ ਹੋ ਗਈਆਂ, 10 ਇੱਕ ਪਾਸੇ ਹੋ ਗਈਆਂ। 10 ਨੂੰ ਕੋਈ ਅਧਿਕਾਰ ਹੈ 22 ਦੇ ਖਿਲਾਫ ਕਾਰਵਾਈ ਕਰਨ ਦਾ ਜਾਂ ਕੁਝ ਕਹਿਣ ਦਾ? ਕੁਝ ਮੈਲ ਇੰਟੈਂਸ਼ਨ ਵੀ ਸੀ ਲੋਕਾਂ ਦੀ, ਕੁਝ ਨੂੰ ਹਦਾਇਤਾਂ ਉੱਪਰੋਂ ਆਉਂਦੀਆਂ ਕਿਸੇ ਹੋਰ ਪਾਸਿਓਂ, ਤੇ ਉਹਨਾਂ ਦਾ ਤੁਸੀਂ ਕੀ ਕਰੋਗੇ? ਤੁਸੀਂ ਕਰ ਹੀ ਨਹੀਂ ਸਕਦੇ। ਜਦੋਂ ਜਾਂ ਮੈਨੂੰ ਇਹ ਦੱਸੋ ਵੀ ਜਿਹੜਾ ਸਿਸਟਮ ਚੱਲ ਰਿਹਾ ਇਹਦੇ 'ਚ ਪੰਜਾਬ ਕਿੰਨੀ ਦੇਰ ਚੱਲ ਜੂ? ਆਈ ਡੋਂਟ ਥਿੰਕ 2 ਸਾਲ ਤੋਂ ਬਾਅਦ ਪੰਜਾਬ ਬਚੇਗਾ। 2 ਸਾਲ ਪੰਜਾਬ ਦੀ ਪੋਲੀਟੀਕਲ ਤੇ ਆਰਥਿਕ ਉਮਰ ਹੈ। ਜੇ
ਪੰਜਾਬ ਦੇ ਲੋਕ ਹੁਣ ਸਮਝ ਜਾਣਗੇ ਤਾਂ 2 ਸਾਲ, ਜੇ ਤਾਂ ਇਹਨਾਂ ਨੂੰ ਟ੍ਰੈਡੀਸ਼ਨਲ ਪਾਰਟੀਆਂ ਨੂੰ ਦੇ ਦਿੱਤਾ ਫਿਰ ਠੀਕ ਹੈ, ਫਿਰ 2 ਸਾਲ ਬਾਅਦ ਉੱਡ ਜੂ ਸਾਰਾ ਕੁਝ। ਜੇ ਫਿਰ ਬਦਲ ਦਿੰਦੇ ਨੇ, ਬਦਲਾਅ ਆ ਜਾਂਦਾ, ਸਾਨੂੰ ਮੌਕਾ ਦੇ ਦਿੰਦੇ ਨੇ, ਤਾਂ 2 ਸਾਲ ਬਾਅਦ ਨਹੀਂ ਪੰਜਾਬ ਦਾ ਅਸੀਂ ਕੁਝ ਕਰ ਦਿਆਂਗੇ। ਏਕੇ ਦੀ ਘਾਟ ਵਾਲੀ ਗੱਲ ਤਾਂ ਕਰਕੇ ਮੇਰੇ ਜ਼ਿਹਨ ਦੇ ਵਿੱਚ ਆਈ ਵੀ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਨੇ ਇੱਕ ਵਾਰ ਨਹੀਂ ਬਹੁਤ ਵਾਰ ਕਿਹਾ ਵੀ ਨਾ ਅਸੀਂ ਚੋਣ ਪਿੰਡ ਦੇ ਵਿੱਚ ਆਉਣਾ, ਨਾ ਕਿਸੇ ਦੀ ਮਦਦ ਕਰਨੀ ਆ, ਨਾ ਕਿਸੇ ਨਾਲ ਤੁਰਨ ਦਾ ਅਹਿਦ ਕਰਨਾ, ਵਾਅਦਾ ਕਰਨਾ। ਤੇ ਫਿਰ ਕੀ ਮੰਨਦੇ ਹੋ ਵੀ ਉਹਨਾਂ ਦੀ ਜਥੇਬੰਦੀ ਕਾਫੀ ਵੱਡੀ ਆ, ਕਾਫੀ ਵੱਡਾ ਕੇਡਰ ਉਹਨਾਂ ਦੇ ਨਾਲ ਵੀ? ਕੇਡਰ ਤੁਰਿਆ ਫਿਰਦਾ ਸਾਰੀਆਂ ਸੀਟਾਂ ਦੀ ਮਦਦ ਕਰਦਾ। ਇਹ ਲੀਡਰਾਂ ਦੀ ਉਹ ਕਿਸੇ ਨੂੰ ਰੋਕਦੇ ਵੀ ਨਹੀਂ, ਇਹ ਵੀ ਨਹੀਂ ਕਹਿੰਦੇ ਵੀ ਤੁਰੋ, ਇਹ ਵੀ ਨਹੀਂ ਕਹਿੰਦੇ ਨਾ ਤੁਰੋ, ਵਰਕਰ ਆਪਣੇ ਤੌਰ ਤੇ ਤੁਰੇ ਹੋਏ ਆ। ਪਰ ਰਾਜੇਵਾਲ ਸਾਹਿਬ ਇੱਕ ਹੋਰ ਗੱਲ ਦੱਸੋ ਵੀ ਜਦੋਂ ਕੋਈ ਬੰਦਾ ਚੋਣਾਂ ਦੇ ਵਿੱਚ ਖੜਦਾ ਨਾ ਤੇ 4 ਪੀੜ੍ਹੀਆਂ ਦੇ ਬਾਰੇ ਜਾਣਕਾਰੀ ਵਿਰੋਧੀ ਕੱਢ ਲਿਆਉਂਦੇ ਆ ਵੀ ਇਹਨਾਂ ਦਾ ਦਾਦਾ ਕੀ ਕਰਦਾ ਸੀ, ਪੜਦਾਦਾ ਜੀ ਕੀ ਕਰਦੇ ਸੀ, ਪਿਤਾ ਜੀ ਕੀ ਕਰਦੇ ਸੀ, ਸਾਰਿਆਂ ਦੇ ਉੱਤੇ ਲਾਗੂ ਹੁੰਦੀ ਗੱਲ। ਹੁਣ ਤੁਹਾਡੇ ਸ਼ਰੀਕ ਤੇ ਤੁਹਾਡੇ ਵਿਰੋਧੀ ਇਹ ਗੱਲ ਕਹਿੰਦੇ ਵੀ ਰਾਜੇਵਾਲ ਸਾਹਿਬ ਨੇ ਵੀ ਤਾਂ ਅੰਬਾਰ ਖੜੇ ਕਰ ਲਏ, ਆਹ ਚੀਜ਼ ਵੀ ਬਣਾ ਲਈ, ਆਹ ਵੀ ਚੀਜ਼ ਬਣਾਈ, ਆਹ ਵੀ ਚੀਜ਼ ਬਣਾਈ। ਉਹਨਾਂ ਦਾ ਉੱਤਰ ਕੀ ਦੇਣਾ ਚਾਹੋਗੇ? ਮੈਂ ਨਹੀਂ ਬਣਾਈ, ਮੇਰੇ ਬੇਟੇ ਨੇ ਬਣਾਈ। ਉਹਨਾਂ ਨੂੰ ਇਹ ਨਹੀਂ ਪਤਾ ਮੇਰਾ ਬੇਟਾ ਕਮਰਸ਼ੀਅਲ ਪਾਇਲਟ ਸੀ, 에ਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰ ਸੀ। ਇਹਨੇ ਉਹ ਨੌਕਰੀ ਨਹੀਂ ਕੀਤੀ, ਇਹਨੇ ਆ ਕੇ ਆਪਣਾ ਕੰਮ ਕੀਤਾ ਔਰ ਸਾਰਾ ਜੋ ਕੀਤਾ। ਔਰ ਫਿਰ ਇਹ ਵੀ ਮੈਨੂੰ ਦੱਸਿਓ, ਕੋਈ ਬੰਦਾ ਇੱਕ ਜਗ੍ਹਾ ਖੜਾ ਰਹਿੰਦਾ? ਤੇ ਮੈਨੂੰ ਮੇਰੇ ਖਿਆਲ ਚ 1970 ਤੋਂ ਮੈਂ ਬਿਜ਼ਨਸ 'ਚ 70 ਤੋਂ 30 ਤੇ 52 ਸਾਲ ਹੋ ਗਏ। ਫਿਰ ਜੇ ਕੋਈ ਨਲਾਇਕ ਕੁਝ ਉਜਾੜ ਵੀ ਦਿੰਦੇ ਨੇ ਤੇ ਕੁਝ ਬਣਾ ਲੈਂਦੇ ਨੇ। ਤੇ ਮੈਨੂੰ ਕੋਈ ਨਸ਼ਾ ਨਹੀਂ ਸੀ, ਕੋਈ ਐਬ ਨਹੀਂ ਸੀ, ਕੰਮ ਕੀਤਾ, ਕਿਸੇ ਦੀ ਜੇਬ ਤਾਂ ਨਹੀਂ ਕੱਟੀ। ਕਹੀ ਜਾਣ ਮੇਰੀ ਸਿਹਤ ਕੀ ਅਸਰ। ਮੇਰਾ ਤਾਂ ਇੱਕ ਫਾਰਮੂਲਾ ਬੜਾ ਸਿੱਧਾ ਜਿਹਾ ਸਾਰੀ ਉਮਰ ਰਿਹਾ ਵੀ ਜੋ ਲੋਕ ਇਲਜ਼ਾਮ ਲਾਉਂਦੇ ਨੇ, ਰਾਤ ਨੂੰ ਸੋਚੋ ਸੌਣ ਤੋਂ ਪਹਿਲਾਂ ਵੀ ਕਿੰਨਾ ਕੁ ਸੱਚ ਹੈ। ਜੇ ਸੱਚ ਹੈ ਸੁਧਾਰ ਕਰ ਲਓ, ਜੇ ਝੂਠ ਹੈ ਤਾਂ ਕੁੱਤੇ ਭੌਂਕਦੇ ਹੁੰਦੇ ਨੇ, ਹਾਥੀ ਤੁਰੇ ਜਾਂਦੇ ਨੇ। I don't care for these people. 14 ਉਮੀਦਵਾਰ ਨੇ ਸਮਰਾਲੇ ਦੇ ਵਿੱਚ, 14 ਉਹਨਾਂ ਦੇ ਵਿੱਚੋਂ 5 ਸਿਰ ਕੱਢਨੇ, ਫਸਵਾ ਮੁਕਾਬਲਾ ਉਹਨਾਂ ਦੇ ਵਿੱਚ ਇੱਕ ਤੁਸੀਂ ਵੀ ਹੋ। ਕਿੱਥੇ ਜੇ ਖੜਾ ਮਹਿਸੂਸ ਕਰਦੇ ਹੋ ਅੱਜ? ਮੈਂ ਜਿੱਤਾਂਗਾ, ਪੱਕਾ ਜਿੱਤਾਂਗਾ। ਬਹੁਤ ਉਤਸ਼ਾਹ ਦੇ ਵਿੱਚੋਂ? ਹਾਂ ਬਿਲਕੁਲ, ਕੋਈ ਇਹਦੇ ਚ ਦੋ ਰਾਏ ਨਹੀਂ। ਮੰਜੀ ਇੱਕ ਤੁਹਾਡੀ ਕਾਰ ਦੇ ਉੱਤੇ ਵੀ ਡਾਈ ਹੋਈ ਆ, ਮੈਂ ਦੇਖੀ ਆ ਜੀ। ਹਾਂ, ਸਾਡੇ ਵਰਕਰਸ ਨੇ ਬਣਾਈਆਂ ਹੋਈਆਂ ਮੰਜੀਆਂ। ਹਾਂ, ਤੇ ਉਹ ਤਾਂ ਫਿਰ ਚਲੋ ਚੋਣ ਪ੍ਰਚਾਰ ਦਾ ਇੱਕ ਹਿੱਸਾ ਹੈ, ਚੋਣ ਨਿਸ਼ਾਨ ਦੱਸਣਾ ਲੋਕਾਂ ਨੂੰ, ਉਹਦਾ ਢੰਗ ਹੈ ਇੱਕ। ਪਰ ਤੁਸੀਂ ਪਹਿਲਾਂ ਮੰਗ ਕੀਤੀ ਸੀ ਵੀ ਸਾਨੂੰ ਟਰੈਕਟਰ ਜਾਂ ਟਰਾਲੀ ਮਿਲ ਗਈ ਮੰਜੀ। ਉਹ ਵਿਚਲਾ ਮਾਜਰਾ ਦੱਸੋ ਵੀ ਬਹੁਤ ਸਾਰੇ ਸਾਡੇ ਦਰਸ਼ਕਾਂ ਨੂੰ ਇਹ ਨਹੀਂ ਪਤਾ ਵੀ ਤੁਸੀਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਆ ਜਾਂ ਹੁਣ ਆਜ਼ਾਦ ਉਮੀਦਵਾਰ ਆ। ਨਹੀਂ, ਗੱਲ ਸਮਝੋ ਕੀ ਹੈ। ਅਸੀਂ ਰੂਲਸ ਇਹ ਕਹਿੰਦੇ ਨੇ ਤੁਸੀਂ ਚੋਣ ਨਿਸ਼ਾਨ ਕ੍ਰੀਏਟ ਕਰ ਸਕਦੇ ਹੋ। ਅਸੀਂ ਉਹਦੇ ਮੁਤਾਬਕ 3 ਪ੍ਰਾਇਰਟੀ ਵਾਈਜ਼ ਕ੍ਰੀਏਟ ਕਰਕੇ ਕਮਿਸ਼ਨ ਨੂੰ ਭੇਜੇ। ਪਹਿਲਾ ਤਾਂ ਟਰੈਕਟਰ, ਦੂਜਾ ਟਰੈਕਟਰ ਦੇ ਪਿੱਛੇ ਟਰਾਲੀ, ਤੀਸਰਾ ਸਿਰਫ ਟਰਾਲੀ ਜਿਸ ਤਰ੍ਹਾਂ ਦੀ ਉੱਥੇ ਬਣੀਆਂ ਹੋਈਆਂ ਸੀ, ਇਹ ਅਸੀਂ ਭੇਜੀਆਂ। ਕਮਿਸ਼ਨ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ। ਔਰ ਫਿਰ ਜਦੋਂ ਅਸੀਂ ਰਜਿਸਟ੍ਰੇਸ਼ਨ ਦੇ ਪੇਪਰ ਦਿੱਤੇ, ਆਮ ਆਦਮੀ ਪਾਰਟੀ ਨੇ, ਬੀਜੇਪੀ ਨੇ ਰਸਤੇ 'ਚ ਰੋੜੇ ਅਟਕਾਏ। ਔਰ ਸਾਡਾ ਜਿਹੜਾ ਰਜਿਸਟ੍ਰੇਸ਼ਨ ਸੀ, ਜਦੋਂ ਪਬਲੀਕੇਸ਼ਨ ਤੇ ਆ ਗਈ, ਫਾਈਨਲ ਸਟੇਜ ਤੇ ਆ ਗਈ, ਉਹ ਫਿਰ ਵਾਪਸ ਅਨਨੈਸੈਸਰੀ ਆਬਜੈਕਸ਼ਨਸ ਲਾ ਕੇ ਵਾਪਸ ਭੇਜਤੀ, ਜਿਹੜੇ ਬਿਲਕੁਲ ਹੀ ਠੀਕ ਨਹੀਂ ਸੀ। ਅਸੀਂ 3 ਦਿਨ ਬਾਅਦ ਫਿਰ ਵਾਪਸ ਭੇਜਤੀ। ਫਿਰ ਉਹ ਦਬ ਕੇ ਬਹਿ ਗਏ। ਫਿਰ ਅਸੀਂ ਸਿੰਬਲ ਮੰਗਿਆ ਵੀ ਸਾਨੂੰ ਸਿੰਬਲ ਤਾਂ ਉਹ ਨਹੀਂ ਦਿੱਤਾ। ਫਿਰ ਅਪਲਾਈ ਕੀਤਾ ਵੀ ਤੁਸੀਂ ਜੇ 10 ਬੰਦੇ ਵੀ ਕਹਿਣ ਵੀ ਸਾਨੂੰ ਕੋਈ ਸਿੰਬਲ ਦੇ ਦਿਓ, ਉਹਨਾਂ ਨੂੰ ਦੇ ਦਿੰਦੇ, ਸਾਨੂੰ ਵੀ ਦੇ ਦਿਓ, ਅਸੀਂ 117 ਨੇ ਲੜਨੀ ਹੈ। ਉਹਨਾਂ ਨੇ ਨਾ ਹਾਂ ਕੁਝ ਨਹੀਂ ਕਿਹਾ। ਫਿਰ ਉਹਦੇ ਬਾਅਦ ਅਸੀਂ 105 ਉਮੀਦਵਾਰਾਂ ਵੱਲੋਂ ਅੱਡ ਐਪਲੀਕੇਸ਼ਨਾਂ ਲੈ ਕੇ ਉਹ ਭੇਜੀਆਂ, ਨਾ ਪੋਜ਼ਿਟਿਵ ਨਾ ਨੈਗੇਟਿਵ, ਉਹਨਾਂ ਨੇ ਕੁਝ ਨਹੀਂ ਕਿਹਾ। ਫਿਰ ਸਾਡੇ ਕੋਲ ਮਜਬੂਰੀ ਸੀ ਵੀ ਨਾ ਤਾਂ ਰਜਿਸਟ੍ਰੇਸ਼ਨ ਸਾਡੇ ਕੋਲ ਸੀ ਪਾਰਟੀ ਦੀ, ਨਾ ਸਾਡੇ ਕੋਲ ਕੋਈ ਸਿੰਬਲ ਸੀ। ਅਸੀਂ ਸਾਰਿਆਂ ਨੂੰ ਕਿਹਾ ਵੀ ਕਾ ਬਣਾਤਾ ਪੈਨਲ, ਨੰਬਰ 1 ਮੰਜੀ, ਨੰਬਰ 2 ਪੌਟ, ਨੰਬਰ 3 ਸੀਜ਼ਰਸ। ਇਹ ਇਸ ਕਰਕੇ ਚੁਣੇ ਵੀ ਆਮ ਤੌਰ ਤੇ ਲੋਕ ਇਹਨੂੰ ਨਹੀਂ ਚੁਣਨਗੇ। ਉਹ ਕੋਈ ਗੰਨੇ ਵਾਲਾ ਕਿਸਾਨ ਚੁਣ ਸਕਦੇ ਆ, ਕੋਈ ਹੋਰ ਖੇਤੀ ਨਾਲ ਜੁੜਿਆ ਹੋਇਆ ਚੁਣ ਸਕਦੇ ਆ। ਫਿਰ ਉੱਥੇ ਕਲੈਸ਼ ਹੋ ਜਾਂਦਾ ਜਦੋਂ ਸਿੰਬਲ ਦਿੰਦਾ ਰਿਟਰਨਿੰਗ ਅਫਸਰ। ਜੇ 2-3 ਹੋ ਜਾਣ ਫਿਰ ਉਹ ਡਰਾ ਕੱਢਦੇ ਆ। ਉਹਦੇ ਸਾਨੂੰ ਸੀਗਾ ਵੀ ਫਿਰ ਇਹ ਨਾ ਹੋਏ ਹਰ ਇੱਕ ਨੂੰ ਅੱਡੋ ਅੱਡ ਮਿਲ ਜੇ। ਅਸੀਂ ਇਹ ਇੱਕ ਪੈਨਲ ਬਣਾ ਕੇ ਦਿੱਤਾ। ਜਿਨ੍ਹਾਂ ਨੇ ਪੈਨਲ ਭਰਨ ਵਿੱਚ ਗਲਤੀ ਕਰ ਲਈ ਉਹਨਾਂ ਨੂੰ ਕੋਈ ਹੋਰ ਚੋਣ ਨਿਸ਼ਾਨ ਮਿਲ ਗਿਆ। ਅਦਰਵਾਈਜ਼ 65% ਕੈਂਡੀਡੇਟਸ ਨੂੰ ਸਾਡਿਆਂ ਨੂੰ ਇਹੀ ਚੋਣ ਨਿਸ਼ਾਨ ਮਿਲ ਗਿਆ ਮੰਜੀ। ਹਾਂ, ਫਿਰ ਕੁਝ ਨੂੰ ਕੋਈ 15%, 15-18% ਨੂੰ ਪੌਟ ਮਿਲ ਗਿਆ, ਕੜਾ। ਬਾਕੀ ਫਿਰ ਇੱਕਾ ਦੁੱਕਾ ਕਿਸੇ ਨੂੰ
ਗੰਨੇ ਵਾਲਾ ਕਿਸਾਨ ਮਿਲ ਗਿਆ, ਕਿਸੇ ਨੂੰ ਕੋਈ ਇਦਾਂ ਮਿਲ ਗਏ ਨਿਸ਼ਾਨ। ਗੁਰਨਾਮ ਸਿੰਘ ਚੜੂਨੀ ਦੇ ਬਾਰੇ ਵੱਖ-ਵੱਖ ਪੰਜਾਬ ਦੇ ਕਿਸਾਨ ਆਗੂ ਸਮੇਂ-ਸਮੇਂ ਤੇ ਇਹ ਗੱਲ ਕਹਿੰਦੇ ਰਹੇ ਅੰਦੋਲਨ ਦੇ ਮੌਕੇ ਵੀ ਉਹਨਾਂ ਨੂੰ ਚੋਣ ਲੜਨ ਜਾਂ ਲੜਵਾਉਣ ਦੀ ਪੰਜਾਬ ਦੇ ਵਿੱਚ ਕੀ ਲੋੜ ਆ। ਆਖਰ ਦੇ ਵਿੱਚ ਸੰਯੁਕਤ ਸਮਾਜ ਮੋਰਚੇ ਦਾ ਉਹਨਾਂ ਨਾਲ ਗੱਠਜੋੜ ਹੁੰਦਾ, 10 ਸੀਟਾਂ ਵੀ ਮਿਲਦੀਆਂ। ਇਹ ਫਿਰ ਸਹਿਮਤੀ ਕਿਵੇਂ ਬਣੀ ਤੇ ਪਹਿਲਾਂ ਅਸਹਿਮਤੀ ਕਿਉਂ ਸੀ? ਦੇਖੋ, ਇਹ ਇਸ ਕਰਕੇ ਵੀ ਜਿਸ ਤਰ੍ਹਾਂ ਉਹ ਕਰ ਰਹੇ ਸੀ, ਅਲੱਗ ਉਹ ਲੜਦੇ, ਅਲੱਗ ਅਸੀਂ ਲੜਦੇ, ਇਹ ਇਦਾਂ ਲੱਗਣਾ ਸੀ ਜਿਵੇਂ ਦੋ ਅਲੱਗ-ਅਲੱਗ ਗਰੁੱਪ ਲੜ ਰਹੇ ਆ। ਅਸੀਂ ਉਹਨੂੰ ਅਵੋਇਡ ਕਰਨ ਵਾਸਤੇ ਉਹਨਾਂ ਨੂੰ ਅਕੋਮੋਡੇਟ ਕੀਤਾ, ਜਿੰਨੀਆਂ ਸੀਟਾਂ ਮੰਗੀਆਂ ਉਹਨਾਂ ਨੂੰ ਦੇ ਦਿੱਤੀਆਂ। ਹੁਣ ਇੱਕ ਦੂਜੇ ਦੇ ਖੇਤਰ ਦੇ ਵਿੱਚ ਜਾ ਕੇ ਪ੍ਰਚਾਰ ਦੀ ਧਾਰ ਤਿੱਖੀ ਕਰ ਰਹੇ ਹੋ? ਹਾਂ, ਪ੍ਰਚਾਰ ਹੋ ਰਿਹਾ, ਸਾਰੇ ਕਰ ਰਹੇ। ਪਰ ਜਿਸ ਤਰੀਕੇ ਦੇ ਨਾਲ ਹੁਣ ਗੱਲਾਂ ਉੱਠਦੀਆਂ ਵੀ ਭਾਈ, ਮੈਂ ਕੱਲ ਹੀ ਇੱਕ ਬਿਆਨ ਪੜ੍ਹ ਕੇ ਹਟਿਆ, ਕਹਿੰਦੇ ਵੀ ਜਿਹੜੇ ਕਿਸਾਨ ਆਗੂ ਆ ਸ਼ਾਇਦ ਇਹਨਾਂ ਨੂੰ ਬੀਜੇਪੀ ਨੇ ਹੀ ਅੱਗੇ ਕੀਤਾ, ਤੁਸੀਂ ਵੋਟਾਂ ਤੋੜੋ ਪੇਂਡੂ ਖੇਤਰ ਦੀਆਂ। ਇਹਦੇ ਵਿੱਚ ਕਿੰਨੀ ਕੁ ਸੱਚਾਈ ਆ? ਮੈਨੂੰ ਇਹ ਦੱਸਿਓ, 1.5 ਸਾਲ ਸਾਡੀਆਂ ਟੂਈਆਂ ਘਸ ਗਈਆਂ ਉੱਥੇ, ਬੀਜੇਪੀ ਦੇ ਨਾਲ ਅਸੀਂ ਕੋਈ ਅਲਾਇੰਸ ਕਰ ਲਾਂਗੇ? ਇਹ ਜਿਹੜੇ ਬੰਦਿਆਂ ਨੂੰ ਖਤਰਾ ਸਾਤੋਂ ਮਹਿਸੂਸ ਹੁੰਦਾ ਉਹ ਇਹੋ ਜਿਹੀਆਂ ਗੱਲਾਂ ਕਰਦੇ ਨੇ, ਪਰ ਉਹ ਆਪਣੇ ਗਰੇਵਾਂ 'ਚ ਝਾਕਣ। ਉਹ ਆਪ RSS ਦੇ ਬੰਦੇ ਨੇ, ਉਹ ਆਪ ਬੀਜੇਪੀ ਦੇ ਭਾਈਵਾਲ ਨੇ। ਕੱਲ ਕਾਂਗਰਸ ਵਾਲੇ ਨੇ ਉਹਨਾਂ ਨੂੰ ਐਕਸਪੋਜ਼ ਕੀਤਾ ਵਿਦ ਪ੍ਰੂਫਸ। ਤੋਂ ਇਦਾਂ ਨਹੀਂ ਕੋਈ ਗੱਲ ਹੈ। ਤੁਸੀਂ ਮੰਨਦੇ ਹੋ ਵੀ ਪਹਿਲਾਂ ਜਦੋਂ ਅੰਦੋਲਨ ਚੱਲਦਾ ਸੀਗਾ ਉਦੋਂ ਬੀਜੇਪੀ ਦੇ ਪ੍ਰਤੀ ਆਮ ਲੋਕਾਂ ਦਾ ਨਜ਼ਰੀਆ ਕੁਝ ਹੋਰ ਸੀ, ਪਿਛਲੇ ਕੁਝ ਕੁ ਹਫ਼ਤਿਆਂ ਦੇ ਵਿੱਚ ਨਜ਼ਰੀਆ ਬਦਲਿਆ? ਨਹੀਂ, ਕੋਈ ਨਹੀਂ ਬਦਲਿਆ। ਇੱਥੇ ਤਾਂ ਸਾਡੇ ਤਾਂ ਜਿਹੜੇ ਕੈਂਡੀਡੇਟ ਜਾਂਦੇ ਨੇ ਲੋਕ ਘੇਰ ਕੇ ਪਿੰਡਾਂ 'ਚੋਂ ਬਾਹਰ ਭੇਜੇ, ਗੱਡੀਆਂ ਭਜਾਈ ਫਿਰਦੇ ਨੇ ਹੋਰ ਇਹ ਤੋਂ ਵੱਧ ਕੁਝ ਨਹੀਂ। ਪਰ ਹੁਣ ਤਾਂ ਕੁਝ ਕੁ ਕਿਸਾਨ ਆਗੂਆਂ ਨੂੰ ਵੀ ਘੇਰਾ ਪੈਂਦਾ। ਉਹ ਕਹਿੰਦੇ ਵੀ ਸਾਨੂੰ ਪਹਿਲਾਂ ਥੜੇ ਤੇ ਨਹੀਂ ਚੜ੍ਹਨ ਦਿੰਦੇ ਸੀ ਕਿਸਾਨ ਆਗੂ, ਕਹਿੰਦੇ ਸੀ ਵੀ ਅਸੀਂ ਮੰਚ ਦੇ ਉੱਤੇ ਨਹੀਂ ਚੜ੍ਹਨ ਦੇਣਾ ਸਾਨੂੰ। ਤੇ ਹੁਣ ਪੋਲੀਟੀਕਲ ਪਾਰਟੀਆਂ ਜੋ ਮਰਜ਼ੀ ਆਖਣ, ਉਹਨਾਂ ਦੀ ਗੱਲ ਨਾ ਮੇਰੇ ਨਾਲ ਕਰੋ। ਲੋਕਾਂ ਨੇ ਸਾਨੂੰ, ਕਿਸੇ ਨੇ ਉਹਨੂੰ ਘੇਰੇ, ਇਹਨਾਂ ਸਾਰਿਆਂ ਦੇ ਬੰਦੇ ਘੇਰੇ ਨੇ। ਪੋਲੀਟੀਕਲ ਜਿਹੜੇ ਕੈਂਡੀਡੇਟਸ ਨੇ, ਪੋਲੀਟੀਕਲ ਪਾਰਟੀਆਂ ਦੇ ਜਿਹੜੀਆਂ ਰਵਾਇਤੀ ਪਾਰਟੀਆਂ, ਉਹਨਾਂ ਦੇ ਕੈਂਡੀਡੇਟਸ ਨੂੰ ਘੇਰਨ ਦੀਆਂ ਤਾਂ ਮਿਲ ਜਾਣਗੀਆਂ ਮਿਸਾਲਾਂ ਬਹੁਤ। ਸਾਡੇ ਕੈਂਡੀਡੇਟ ਨੂੰ ਘੇਰਨ ਦੀ ਕੋਈ ਮਿਸਾਲ ਨਹੀਂ ਮਿਲਦੀ। ਹਾਂ, ਇਹ ਠੀਕ ਹੈ ਬਈ ਉਹਨਾਂ ਨੂੰ ਤਕਲੀਫ ਬਹੁਤ ਹੈ, ਸਾਡੇ ਤੇ ਕੋਈ ਵੀ ਇਲਜ਼ਾਮ ਲਾਉਣਗੇ। ਪਰ ਜਿਹੜਾ ਸੰਯੁਕਤ ਸਮਾਜ ਮੋਰਚਾ, ਉਹਦੇ ਵਿੱਚ ਹਿੱਸਾ ਲੈਣ ਵਾਲੇ ਜਿਹੜੇ ਕੈਂਡੀਡੇਟ ਬਣੇ ਆ, ਰਾਜਨੀਤੀ ਦੇ ਵਿੱਚ ਆਉਣ ਵਾਲੇ ਲੋਕਾਂ ਨੂੰ, ਜਿਹੜਾ ਤੁਸੀਂ ਬਣਾਇਆ ਸੀਗਾ ਬਾਰਡਰ ਦੇ ਉੱਤੇ ਮੋਰਚਾ ਆਪਦਾ, ਤੇ ਉਹਨੇ ਸਸਪੈਂਡ ਕੀਤਾ ਹੋਇਆ 3 ਜਾਂ 4 ਮਹੀਨੇ ਲਈ, ਇਹ ਗੱਲ ਸੱਚੀ ਹੈ ਜੀ? ਨਹੀਂ, ਸਸਪੈਂਡ ਮੈਨੂੰ ਇੱਕ ਦੱਸਿਓ। ਹਨਨ ਮੌਲਾ 7 ਵਾਰ MP ਬਣਿਆ, ਉਹਨੂੰ ਅਧਿਕਾਰ ਹੈ ਕਿਸੇ ਨੂੰ ਸਸਪੈਂਡ ਕਰਨ ਦਾ? ਯੋਗਿੰਦਰ ਯਾਦਵ ਇੱਕ ਪੋਲੀਟੀਕਲ ਪਾਰਟੀ ਦਾ ਹੈੱਡ ਹੈ, ਉਹਨੂੰ ਅਧਿਕਾਰ ਹੈ? ਟਕੈਤ ਸਾਹਿਬ ਆਪ UP ਦੇ ਵਿੱਚ ਉਹਦੇ ਬੰਦੇ ਇਲੈਕਸ਼ਨ ਲੜ ਰਹੇ ਨੇ। ਇਦਾਂ ਦੀਆਂ ਗੱਲਾਂ ਕਰੀ ਜਾਣਾ, ਹਾਸੋਹੀਣੀਆਂ ਪਬਲਿਕ 'ਚ ਇਦਾਂ ਦਾ ਮੈਸੇਜ ਦੇਣਾ, ਇਹ ਮੈਂ ਸਮਝਦਾ ਕਿਸਾਨੀ ਦੀ ਸੇਵਾ ਨਹੀਂ ਕਰ ਰਹੇ, ਉਹ ਕਿਸੇ ਪਾਰਟੀ ਦੀ ਸੇਵਾ ਕਰ ਰਹੇ ਨੇ। ਕੋਈ ਇਦਾਂ ਦੀ ਗੱਲ ਹੈ ਨਹੀਂ। ਅੱਛਾ, ਪਰ ਜਿਸ ਤਰੀਕੇ ਦੇ ਨਾਲ ਇਹ ਇੱਕ ਧਾਰਨਾ ਤਾਂ ਜਾਂਦੀ ਨਾ, ਇੱਕ ਲੋਕਾਂ ਦੇ ਵਿੱਚ ਵੇਵ ਜਾਂਦੀ ਆ ਵੀ ਯਾਰ ਇਸ ਤਰੀਕੇ ਦੀ ਗੱਲ ਫੈਲ ਰਹੀ ਆ, ਆਹ ਗੱਲ ਹੋ ਗਈ ਆ, ਇਹਨੂੰ ਰਿਊਮਰ ਕਹੋ ਜਾਂ ਕੁਝ ਹੋਰ ਕਹੋ, ਇਹਦੇ ਨਾਲ ਲੋਕ ਮਨਾਂ ਦੇ ਉੱਤੇ ਅਸਰ ਤਾਂ ਹੁੰਦਾ ਨਹੀਂ। ਕੁਛ ਨਹੀਂ ਐਵੇਂ। ਹੁਣ ਟੈਣਾ ਸਾਹਿਬ, ਤੁਸੀਂ ਇਹਨੂੰ ਜ਼ਿਆਦਾ ਹਵਾ ਦੀ ਜੋ ਤਾਂ ਗੱਲ ਅਲੱਗ ਹੈ, ਅਦਰਵਾਈਜ਼ ਇਦਾਂ ਦੀ ਕੋਈ ਗੱਲ ਫੀਲਡ ਵਿੱਚ ਮੈਂ ਰੋਜ਼ ਜਾਣਾ, ਮੈਨੂੰ ਤਾਂ ਕਿਸੇ ਨੇ ਨਹੀਂ ਕਹੀ। ਇਹ ਤੁਹਾਡੇ ਕੋਲ ਪਤਾ ਨਹੀਂ ਕਿੱਥੋਂ ਆ ਗਈ। ਮੈਂ ਨਹੀਂ ਸਾਹਿਬ, ਪਹਿਲੀ ਵਾਰ ਜਦੋਂ ਕੋਈ ਵੀ ਇਨਸਾਨ ਚੋਣ ਲੜਦਾ, ਪਾਰਟੀ ਤੁਸੀਂ ਪੈਂਦੀ ਸੱਟੇ ਮੌਕੇ ਦੇ ਉੱਤੇ ਬਣਾਉਣੀ ਪਈ ਆ ਕਾਲੇ ਕਦਮੀ, ਉਹਦੇ ਕਰਕੇ ਕੁਝ ਕੁ ਕਮੀਆਂ ਪੇਸ਼ੀਆਂ ਵੀ ਰਹਿ ਗਈਆਂ ਹੋਣੀਆਂ, ਰਹਿ ਜਾਂਦੀਆਂ। ਅਸੀਂ ਕੋਈ ਪਰਫੈਕਟ ਤਾਂ ਹਾਂ ਨਹੀਂ, ਮੈਂ ਕਦੋਂ ਕਹਿਣਾ ਵੀ ਨਹੀਂ। ਹਾਂ, ਟਿਕਟਾਂ ਦੇਣ ਵਿੱਚ ਵੀ ਕੋਈ ਕਮੀ ਰਹਿ ਸਕਦੀ ਹੈ, ਕਿਤੇ ਕੋਈ ਗਲਤੀ ਵੀ ਹੋ ਸਕਦੀ ਹੈ। ਔਰ ਸਮਾਂ ਕਿਹੜਾ ਸੀ ਸਾਡੇ ਕੋਲ? ਨਾ ਸਮਾਂ ਸੀ, ਨਾ ਵੈਰੀਫਿਕੇਸ਼ਨ ਦਾ ਸਮਾਂ ਸੀ ਕੈਂਡੀਡੇਟਾਂ ਦੀ ਥਾਂ ਕਰੀਏ। ਜੇ 4 ਬੰਦੇ ਨੇ ਕਹਿ ਦਿੱਤਾ ਜੀ ਇਹ ਠੀਕ ਹੈ ਕੈਂਡੀਡੇਟ, ਅਸੀਂ ਉਹਨੂੰ ਟਿਕਟ ਦੇ ਦਿੱਤੀ। ਤਾਂ ਇਹੋ ਜਿਹੀਆਂ ਗਲਤੀਆਂ ਕੁਦਰਤੀ ਹੈ। ਜਦੋਂ ਨਵੇਂ ਤੁਰੋ ਨਾ, ਜਦੋਂ ਤੁਹਾਨੂੰ ਕੋਈ ਤਜਰਬਾ ਕੋਈ ਨਹੀਂ, ਫਿਰ ਜਦੋਂ ਇੱਕਦਮ ਤੁਹਾਨੂੰ ਤੁਰਨਾ ਪੈ ਜੇ, ਉਬੜਵਾਏ ਉੱਠੋਗੇ ਤਾਂ ਕੁਝ ਕਿਸੇ ਵੇਲੇ ਠੋਕਰ ਖਾ ਜਾਂਦਾ ਬੰਦਾ। ਕੈਪਟਨ ਅਮਰਿੰਦਰ ਸਿੰਘ ਦੇ ਮੂੰਹ ਨੂੰ ਲੱਡੂ ਲਾਉਣ ਦਾ ਮਸਲਾ ਕਈਆਂ ਦੇ ਵੱਲੋਂ ਚੱਕ ਲਿਆ ਗਿਆ। ਕਹਿੰਦੇ ਵੀ ਗੰਨੇ ਦੀ ਕੀਮਤ ਦੇ ਵਿੱਚ ਨਿਗੁਣਾ ਜਾਂ ਵਾਧਾ ਹੋਇਆ, ਚੱਕ ਕੇ ਰਾਜੇਵਾਲ ਸਾਹਿਬ ਨੇ ਤੇ ਕੁਝ ਖੋਰਾਂ ਨੇ ਲੱਡੂ ਲਾਤਾ ਮੂੰਹ ਨੂੰ। ਇਹਨੂੰ ਕੋਈ ਵੱਡੀ ਗੱਲ ਮੰਨਦੇ ਹੋ? ਮੈਨੂੰ ਇਹੋ ਜਿਹੇ ਲੋਕਾਂ ਦੇ ਕਰੈਕਟਰ ਤੇ ਸ਼ੱਕ ਪੈਂਦਾ, ਉਹ ਕਿਹੜੀ ਮਿੱਟੀ ਦੇ ਬਣੇ ਨੇ। ਪਹਿਲੀ ਵਾਰੀ ਹੋਇਆ ਇਤਿਹਾਸ ਵਿੱਚ 40 ਰੁਪਏ ਗੰਨੇ ਦੇ ਭਾਅ 'ਚ ਵਾਧਾ ਹੋਇਆ, ਹਿਸਟਰੀ 'ਚ ਕਦੇ ਨਹੀਂ ਹੋਇਆ। ਇੱਕ ਗੱਲ। ਦੂਸਰੀ, ਉਹ ਜਿਹੜੇ ਲੱਡੂ ਨਹੀਂ ਸੀ, ਉਹ ਜਿਹੜੀ ਬਰਫੀ ਸੈਕਟਰੀਏਟ 'ਚ ਦਿੰਦੇ ਨੇ, ਉਹ ਸਾਡੇ ਲਈ ਪਰੋਸੀ ਹੋਈ ਸੀ ਮੇਜ਼ ਤੇ ਸਾਡਾ ਇੱਕ ਬੰਦਾ ਇੰਨਾ ਜੋਸ਼ 'ਚ ਆਇਆ, ਉਹਨੇ ਭੱਜ ਕੇ ਉਹਦੇ ਮੂੰਹ 'ਚ ਪਾਤਾ। ਫਿਰ ਮੈਨੂੰ ਫੜ ਕੇ ਕਹਿੰਦਾ ਤੁਸੀਂ ਵੀ ਪਾਓ। ਇਦਾਂ ਦੀ ਘਟਨਾ ਹੋਈ ਹੈ। ਜਿਹਨੇ ਜੋ ਕਹਿਣਾ ਕਹੀ ਜਾਣ, ਮੇਰੀ ਆਤਮਾ ਕਹਿੰਦੀ ਵੀ ਅਸੀਂ ਠੀਕ ਕੀਤਾ। ਕਾਂਗਰਸ ਕਿੱਥੇ ਜ ਖੜੀ ਹੈ ਅੱਜ ਦੀ ਤਰੀਕ 'ਚ ਤੁਹਾਡੇ ਨਜ਼ਰੀਏ ਮੁਤਾਬਕ? ਕਾਂਗਰਸ ਵਾਲੇ ਵੀ ਦੇਖੋ, ਇਹ ਸਾਰੀਆਂ ਰਵਾਇਤੀ ਪੋਲੀਟੀਕਲ ਪਾਰਟੀਆਂ ਨੇ ਪੱਠਾ ਬਿਠਾਇਆ ਪੰਜਾਬ ਦਾ, ਉਸੇ ਕਰਕੇ ਸਾਨੂੰ ਆਉਣਾ ਪਿਆ। ਅਦਰਵਾਈਜ਼ ਅਸੀਂ ਚੋਣਾਂ 'ਚ ਮੈਨੂੰ 80ਵਾਂ ਸਾਲ ਹੈ ਜੀ,
51 ਸਾਲ ਹੋ ਗਏ ਮੈਨੂੰ ਸੇਵਾ ਕਰਦਿਆਂ, 51 ਸਾਲਾਂ 'ਚ ਨਹੀਂ ਕੋਈ ਇਲੈਕਸ਼ਨ ਲੜੀ, ਹੁਣ ਕਿਉਂ ਲੜਨੀ ਪੈਂਦੀ ਹੈ? ਤੁਸੀਂ ਮੈਨੂੰ ਇਮਾਨਦਾਰੀ ਨਾਲ ਸੋਚ ਕੇ ਦੱਸੋ, ਜਿਸ ਤਰ੍ਹਾਂ ਇਹ ਚਲਾਉਂਦੇ ਨੇ ਹਕੂਮਤ, ਉੱਦਾਂ ਪੰਜਾਬ ਬਚੋ? ਨਹੀਂ, ਕੋਈ ਦੁਨੀਆ ਦੀ ਤਾਕਤ ਨਹੀਂ ਬਚਾ ਸਕਦੀ ਪੰਜਾਬ ਨੂੰ। ਇਹਨੂੰ ਬਚਾਉਣ ਵਾਸਤੇ ਬਦਲਾਅ ਲਿਆਉਣਾ ਪਊ, ਔਰ ਇਹ ਰਵਾਇਤੀ ਪਾਰਟੀਆਂ ਨੂੰ ਸਾਰੀਆਂ ਨੂੰ ਛੁੱਟੀ ਕਰਨੀ ਪਊ, ਸਖਤ ਫੈਸਲੇ ਲੈਣੇ ਪੈਣਗੇ, ਤਾਂ ਪੰਜਾਬ ਬਚੂ। ਔਰ ਜੇ ਤੁਸੀਂ ਕਹੋ ਵੀ ਉਹਨਾਂ ਤੋਂ ਬਾਅਦ ਅਸੀਂ ਵੀ ਇਹੀ ਕੁਝ ਕਰਨ ਲੱਗੇ ਤਾਂ ਲੋਕ ਨਿਰਾਸ਼ ਹੀ ਨਹੀਂ ਹੋਣਗੇ, ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ। ਰਾਜਵਰ ਸਾਹਿਬ, ਮੈਨੂੰ ਵੀ ਹਮੇਸ਼ਾ ਇਹ ਸਵਾਲ ਫੁਰਦਾ ਵੀ ਜਿਹੜੀ ਵੀ ਪਾਰਟੀ ਦਾ ਅਸੀਂ ਬਿਆਨ ਸੁਣਦੇ ਆ, ਉਹ ਇੱਕੋ ਗੱਲ ਕਹਿੰਦੇ ਆ, ਅਸੀਂ ਕਿਸਾਨੀ ਬਚਾਉਣ ਲਈ ਆਹ ਕੀਤਾ, ਅਸੀਂ ਕਿਸਾਨੀ ਵਾਸਤੇ ਆਹ ਕੰਮ ਕੀਤਾ, ਸਾਡੇ ਰਾਜ ਵਿੱਚ ਹੀ ਕਿਸਾਨੀ ਖੁਸ਼ਹਾਲ ਹੋਈ, ਅਸੀਂ ਕਿਸਾਨੀ ਨੂੰ ਕਰਜ਼ੇ ਵਿੱਚੋਂ ਕੱਢਣ ਦੇ ਲਈ ਆਹ ਕੀਤਾ। ਕਿਸਾਨੀ ਲਗਾਤਾਰ ਮਰ ਰਹੀ ਹੈ, ਲਗਾਤਾਰ ਤਿੜਕ ਰਹੀ ਹੈ, ਤੇ ਫਿਰ ਇਹ ਗੱਲਾਂ ਜਦੋਂ ਕਹਿੰਦੇ ਆ ਵੀ ਕਿਸਾਨਾਂ ਦੇ ਮਨ ਦੇ ਉੱਤੇ ਕਿਹੋ ਜਿਹਾ ਅਸਰ ਪਾਉਂਦੀਆਂ ਹੋਣਗੀਆਂ? ਸਾਰੇ ਬੇਈਮਾਨ ਨੇ। ਮੈਨੂੰ ਕਿਸੇ ਵੱਡੇ ਤੋਂ ਵੱਡੇ ਲੀਡਰ ਨੂੰ ਮੇਰੇ ਸਾਹਮਣੇ ਬਿਠਾ ਦਿਓ, ਤੂੰ ਕਹਾਓ ਵੀ CACP ਦੀਆਂ ਟਰਮਸ ਆਫ ਰੈਫਰੈਂਸ ਕੀ ਨੇ। ਉਹ ਹੈ ਕਾਰਨ ਕਿਸਾਨੀ ਦੇ ਗਰੀਬ ਹੋਣ ਦਾ। CACP ਦੀਆਂ ਟਰਮਸ ਆਫ ਰੈਫਰੈਂਸ ਸਰਕਾਰ ਦੀ ਇੱਕ ਪੁੱਕ ਹੈ ਵੀ ਮਹਿੰਗਾਈ ਨਾ ਹੋਵੇ, ਕਿਸਾਨ ਨੂੰ ਸਜ਼ਾ ਦੇ ਦਿਓ। ਉਹਦੇ 'ਚ ਸਾਫ਼ ਲਿਖਿਆ ਵੀ ਜਿਹੜੀ ਪ੍ਰਾਈਸ ਰਿਕਮੈਂਡ ਕਰੇ ਕਮਿਸ਼ਨ, ਉਹਦੇ ਨਾਲ ਕਾਸਟ ਆਫ ਲਿਵਿੰਗ ਨਹੀਂ ਵਧਣੀ ਚਾਹੀਦੀ, ਉਹਦੇ ਨਾਲ ਇੰਡਸਟਰੀਅਲ ਕਾਸਟ ਸਟਰਕਚਰ 'ਤੇ ਮਾੜਾ ਅਸਰ ਨਹੀਂ ਪੈਣਾ ਚਾਹੀਦਾ, ਉਹਦੇ ਨਾਲ ਇੰਪੋਰਟ ਐਕਸਪੋਰਟ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ, ਉਹਦਾ ਇੰਟਰਨੈਸ਼ਨਲ ਪ੍ਰਾਈਸ ਨਾਲ ਲਿੰਕ ਹੋਣਾ ਚਾਹੀਦਾ। ਇਹ ਸਾਰੀਆਂ ਗੱਲਾਂ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਤੁਸੀਂ ਕਿਸਾਨ ਤੇ ਲੱਦ ਕੇ ਉਹਦਾ ਭਾਅ ਨੀਵਾਂ ਰੱਖੋ ਤੇ ਕਿਸਾਨ ਤਾਂ ਫਿਰ ਡੁੱਬੇ ਗਈ। ਜੇ ਉਹਦੀ ਕਾਸਟ ਆਉਂਦੀ ਉਹ ਵੀ ਨਾ ਦਿਓ, ਫਿਰ ਕਾਸਟ ਕੈਲਕੂਲੇਸ਼ਨ ਦਾ ਤਰੀਕਾ ਬੜਾ ਅਜੀਬ ਹੈ। ਉਹਦੇ 'ਚ A2 ਕਾਸਟ, A1 ਕਾਸਟ, A2 ਪਲੱਸ ਫੈਮਿਲੀ ਲੇਬਰ, ਇਹਦੇ ਨਾਲ ਕਿਸਾਨ ਦੀ ਪੂਰਤੀ ਨਹੀਂ ਨਾ ਹੁੰਦੀ। ਜਿਹੜੀ ਉਹਦੀ ਮਸ਼ੀਨਰੀ ਹੈ ਉਹਦੀ ਘਸਾਈ ਕੌਣ ਗਿਣੂਗਾ ਜੀ? ਜਿਹੜੀ ਉਹਦੀ ਜ਼ਮੀਨ ਆ ਉਹਦਾ ਠੇਕਾ ਕਿਵੇਂ ਗਿਣਦੇ ਹੋ ਤੁਸੀਂ? ਠੇਕਾ ਹੋਇਆ 50,000 60,000 ਤੁਸੀਂ ਕੈਲਕੂਲੇਟ ਕਰਦੇ ਹੋ, ਜਦੋਂ ਉਦੋਂ ਗਿਣਦੇ ਉਹਦਾ 24,000 ਤੇ ਬਾਕੀ ਰਗੜਾ। ਤੋ ਇਹ ਬਹੁਤ ਕੁਛ ਹੈ। ਜਿਹੜੇ ਪੋਲੀਟੀਸ਼ੀਅਨ ਇਦਾਂ ਦੀਆਂ ਗੱਲਾਂ ਕਰਦੇ ਨੇ, ਕਿਸੇ ਨੂੰ ਕੱਖ ਨਹੀਂ ਪਤਾ। ਮੈਂ ਸਾਰੀ ਉਮਰ ਇਹ ਸਬਜੈਕਟ ਪੜ੍ਹਿਆ, ਮੇਰੇ ਨਾਲ ਬਿਠਾਓ, ਕਿਹਨੂੰ ਬਿਠਾਉਣੇ ਹੋ? ਮੈਂ ਪੁੱਛਾਂ ਉਹਨੂੰ, ਭਲੇ ਮਾਨਸ ਨੂੰ, ਵੀ ਤੈਨੂੰ ਪਤਾ ਅਸਲ ਕਾਰਨ ਤੁਸੀਂ ਲੋਕ ਹੋ ਕਿਸਾਨ ਨੂੰ ਕਰਜ਼ੇ 'ਚ। ਅਸਲ 'ਚ ਮੈਂ ਸਮਝਦਾ ਜਿਹੜੀਆਂ ਖੁਦਕਸ਼ੀਆਂ ਨੇ ਕਿਸਾਨਾਂ ਦੀਆਂ, ਇਹ ਪੋਲੀਟੀਕਲ ਮਰਡਰ ਨੇ, ਔਰ ਇਹਨਾਂ ਦੀ ਪਾਲਿਸੀ ਦੀ ਵਜ੍ਹਾ ਕਰਕੇ ਉਹ ਕਤਲ ਹੋਇਆ। ਜਿਹੜਾ ਪ੍ਰਸਤਾਵ ਕੇਂਦਰ ਦੀ ਸਰਕਾਰ ਨੇ ਦਿੱਤਾ ਵੀ ਭਾਈ ਤੁਸੀਂ ਅੰਦੋਲਨ ਆਪਣਾ ਸਮਾਪਤ ਕਰ ਲਓ, ਅਸੀਂ ਕਿਸਾਨਾਂ ਉੱਤੇ ਦਰਜ ਪਰਚੇ ਜਿਹੜੇ ਉਹ ਰੱਦ ਕਰ ਦਿਆਂਗੇ, ਮੁਆਵਜ਼ਾ ਸੂਬਿਆਂ ਦੀਆਂ ਸਰਕਾਰਾਂ ਦੇਣਗੀਆਂ, MSP ਦੇ ਉੱਤੇ ਕਮੇਟੀ ਬਣਾ ਦਿਆਂਗੇ, ਤੇ ਕਈ ਹੋਰ ਗੱਲਾਂ ਉਹਦੇ ਵਿੱਚ ਸ਼ਾਮਲ ਸੀ। ਉਹਨਾਂ ਵਿੱਚੋਂ ਕਿੰਨੇ ਫੀਸਦੀ ਵਾਅਦੇ ਪੂਰੇ ਹੋ ਗਏ ਆ? ਹਾਲੇ ਉਹਨਾਂ ਨੇ ਕੁਝ ਚਿੱਠੀਆਂ ਲਿਖੀਆਂ, ਸਾਰੇ DGPs ਨੇ, ਵੀ ਕੇਸਿਸ ਜਿਹੜੇ ਨੇ ਉਹ ਵਾਪਸ ਲੈ ਲਓ। SSPs ਨੂੰ ਚਿੱਠੀਆਂ ਆਈਆਂ, ਉਹ ਸਾਡੇ ਕੋਲ ਚਿੱਠੀ ਆਈ ਹੈ ਹਰੇਕ ਦੀ। ਹਰਿਆਣੇ ਦੇ DGP ਦੀ ਵੀ ਆਈ ਹੈ, ਪੰਜਾਬ ਦੀ ਚੀਫ ਮਿਨਿਸਟਰ ਨੇ ਸਾਡੇ ਸਾਹਮਣੇ DGP ਨੂੰ ਕਿਹਾ ਵੀ ਸਾਰੇ ਕੇਸ ਵਾਪਸ ਲਓ। ਇੱਕ ਤਾਂ ਉਹਦੇ ਤੇ ਹੈ। ਦੂਸਰਾ, MSP ਦੇ ਇਸ਼ੂ ਨੂੰ ਤੁਸੀਂ ਜੇ ਕੁਝ ਮੈਲ ਇੰਟੈਂਸ਼ਨ ਨਾਲ ਹਾਈਲਾਈਟ ਕਰੇ ਤਾਂ ਮੈਂ ਸਮਝਦਾ ਇਹ ਕੋਈ ਚੰਗਾ ਕੰਮ ਨਹੀਂ ਕਰ ਰਿਹਾ। ਉਹਨੂੰ ਸਮਝਣ ਦੀ ਲੋੜ ਹੈ। MSP ਤੇ ਸਰਕਾਰ ਨੇ ਕਮੇਟੀ ਨਹੀਂ ਬਣਾਈ, ਇਹ ਜਿੰਨੀ ਨਿੰਦਾ ਹੋਏ ਥੋੜੀ ਹੈ, ਪਰ MSP ਦਾ ਇਸ਼ੂ ਇਟ ਵਿਲ ਟੇਕ ਐਟ ਲੀਸਟ ਏ ਈਅਰ। ਕਾਰਨ ਕੀ ਹੈ? ਪਹਿਲਾਂ ਜਦੋਂ ਕਮੇਟੀ ਬਣਾਉਣਗੇ ਸਾਨੂੰ ਜਦ ਪਤਾ ਲੱਗੂਗਾ ਵੀ ਉਹਦੀ ਟਰਮਸ ਆਫ ਰੈਫਰੈਂਸ ਕੀ ਨੇ, ਕਿੱਦਾਂ ਦੀ ਕਮੇਟੀ ਬਣੀ ਹੈ, ਉਹਦਾ ਅਧਿਕਾਰ ਖੇਤਰ ਕੀ ਤੈਅ ਕੀਤਾ, ਉਹਦੇ ਤੇ ਬਹਿਸ ਹੋ, ਸਾਡੇ ਇਤਰਾਜ਼ ਹੋਣਗੇ। ਫਿਰ ਉਹ ਤੋਂ ਬਾਅਦ ਜਦੋਂ ਉਹ ਕਮੇਟੀ ਬਣ ਗਈ, ਫਿਰ ਬਹਿਸ ਹੋਊਗੀ ਪ੍ਰੋਕਿਉਰਮੈਂਟ ਕਿਵੇਂ ਕਰਨੀ ਹੈ, ਫਿਰ ਉਹਦੇ ਲਈ ਫਾਈਨੈਂਸਿਸ ਕਿੱਥੋਂ ਆਉਣ, ਫਿਰ ਉਹਦੀ ਡਿਸਪੋਜ਼ਲ ਕਿਵੇਂ ਕਰਨੀ ਹੈ, ਇੰਪੋਰਟ ਐਕਸਪੋਰਟ ਕਿਵੇਂ ਪ੍ਰਭਾਵਿਤ ਕਰੂ। ਇਹ ਬਹੁਤ ਸਾਰੇ ਇਸ਼ੂਜ਼ ਨੇ ਜਿਨ੍ਹਾਂ ਤੇ ਡਿਸਕਸ਼ਨ ਕਰਨ ਤੋਂ ਬਾਅਦ ਫਿਰ ਇਹ 2/3 ਸਟੇਟਸ ਦੇ ਕੋਲੋਂ ਕਲੀਅਰੈਂਸ ਲੈਣੀ ਜ਼ਰੂਰੀ ਹੈ। ਜੇ ਨੈਸ਼ਨਲ ਲੈਵਲ ਦਾ ਐਕਟ ਬਣਾਉਣਾ ਹੈ, 2/3 ਸਟੇਟਸ ਆਪਣੇ ਅਸੈਂਬਲੀ ਦੇ ਵਿੱਚ ਬਿੱਲ ਪਾਸ ਕਰਕੇ ਉਹਨੂੰ ਭੇਜਣਗੀਆਂ, ਤਾਂ ਉਹ ਤੋਂ ਬਾਅਦ ਜਾ ਕੇ ਨੈਸ਼ਨਲ ਲੈਵਲ ਤੇ ਐਕਟ ਬਣੇਗਾ। ਬੰਦਿਆਂ ਨੂੰ ਇਹ ਸਮਝ ਨਹੀਂ ਹੈ, ਜਿਹੜੇ ਉਹ ਇੱਧਰ ਉੱਧਰ ਗੱਲਾਂ ਮਾਰੀ ਜਾਂਦੇ ਆ। MSP ਦਾ ਇਸ਼ੂ ਬਹੁਤ ਵੱਡਾ ਇਸ਼ੂ ਹੈ। ਮੈਂ ਸਮਝਦਾ ਵੀ ਸਰਕਾਰ ਨੇ ਵੀ ਭਲਾ ਨਹੀਂ ਕੀਤਾ, ਅੱਜ ਤੱਕ ਕਿਸੇ ਵੀ ਸਰਕਾਰ ਨੇ ਭਲਾ ਨਹੀਂ ਕੀਤਾ। ਉਹਨਾਂ ਦੀ ਜ਼ਰੂਰਤ ਹੈ ਵੀ ਮਹਿੰਗਾਈ ਨਾ ਵਧੇ, ਕਿਸਾਨ ਭਾਵੇਂ ਮਰ ਜੇ। ਇੱਦਾਂ ਦੀਆਂ ਟਰਮਸ ਆਫ ਰੈਫਰੈਂਸ CACP ਦੀਆਂ ਰੱਖੀਆਂ, ਉਹਦੇ ਤੇ ਵੀ ਬਹਿਸ ਹੋ। ਜਾਂ ਤਾਂ ਕੋਈ ਮੈਨੂੰ ਦੱਸੇ ਜਿਹਨੇ ਸਟੱਡੀ ਕੀਤਾ ਹੋਇਆ, ਉਹ ਫਿਰ ਇਹਦੇ ਤੇ ਕੋਈ ਮੇਰੇ ਨਾਲ ਬੈਠ ਕੇ ਕਿੰਤੂ ਪਰੰਤੂ ਕਰੇ, ਫਿਰ ਮੈਨੂੰ ਸਮਝ ਪਊ। ਪਰ ਜਦ ਸਮਝ ਹੈ ਨਹੀਂ, ਉਹੀਓ ਆਫ ਹੈਂਡ ਕਹੀ ਜਾਓ ਵੀ ਜੀ MSP ਦਾ ਕੁਝ ਨਹੀਂ ਹੋਇਆ। ਹਾਂ, ਹੋਇਆ ਨਹੀਂ, ਇਹਦੇ ਲਈ ਲੜਾਈ ਜਾਰੀ। ਅਸੀਂ ਕਿਹੜਾ ਮੋਰਚਾ ਵਾਪਸ ਲਿਆ, ਅਸੀਂ ਸਸਪੈਂਡ ਕੀਤਾ, ਸੋਚ ਸਮਝ ਕੇ ਵਰਡ ਸਸਪੈਂਡ ਵਰਤਿਆ ਸੀ, ਅਸੀਂ ਸਸਪੈਂਡ ਕੀਤਾ ਹੋਇਆ ਮੋਰਚਾ। ਅਜੇ ਮਿਸ਼ਰਾ ਟੈਣੀ ਦਾ ਪੁੱਤ ਆ ਜਿਹੜਾ, ਉਹ ਲਖੀਮਪੁਰ ਖੀਰੀ ਕਾਂਡ ਦੇ ਮਾਮਲੇ ਵਿੱਚ ਕਸੂਰਵਾਰ ਆ। ਹੁਣ ਜਦੋਂ ਪਹਿਲੇ ਪੜਾਅ ਦੀਆਂ ਚੋਣਾਂ ਜਿਸ ਦਿਨ ਹੁੰਦੀਆਂ UP ਦੇ ਵਿੱਚ,
ਉਸੇ ਦਿਨ ਹੀ ਉਹਨੂੰ ਜ਼ਮਾਨਤ ਮਿਲ ਜਾਂਦੀ ਹੈ। ਇਹ ਸਾਜ਼ਿਸ਼ ਹੈ। ਇਹ ਡੈਮੋਕ੍ਰੇਸੀ ਦਾ ਮਜ਼ਾਕ ਉਡਾਉਂਦੇ ਨੇ ਬੀਜੇਪੀ ਵਾਲੇ। ਡੈਮੋਕ੍ਰੇਸੀ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੁੰਦੀਆਂ। ਇੱਕ ਬੰਦਾ ਸਬੂਤ ਮਿਲ ਗਏ, ਔਰ ਜਿਹੜਾ ਕਮਿਸ਼ਨ ਬਿਠਾਇਆ ਸਰਕਾਰ ਨੇ, ਉਹਨੇ ਲਿਖਿਆ ਟੈਨੀ ਬਾਰੇ ਵੀ ਇਹਦਾ ਸਿੱਧਾ ਹੱਥ ਹੈ, ਤੇ ਉਹ ਹਾਲੇ ਮਿਨਿਸਟਰ ਬਣਿਆ ਬੈਠਾ। ਜਿਹੜੀਆਂ ਹੈਗੀਆਂ ਏਜੰਸੀਆਂ ਜਿਨ੍ਹਾਂ ਨੇ ਕੰਮ ਕਰਨਾ, ਪੁਲਿਸ ਫੋਰਸਿਸ ਜਾਂ ਦੂਸਰੀਆਂ ਏਜੰਸੀਆਂ, ਉਹਨਾਂ ਦਾ ਹੈੱਡ ਬਣਿਆ ਬੈਠਾ ਟੈਨੀ, ਤੇ ਉਹਦੇ ਹੁੰਦੇ ਇਨਸਾਫ ਕਿਵੇਂ ਮਿਲ ਜੂ? ਇਹ ਤਾਂ ਧੱਕਾ ਹੈ, ਸਰਕਾਰ ਦੀ ਤਾਕਤ ਦਾ ਧੱਕਾ ਹੈ। ਉਹ ਕਰ ਰਹੇ ਨੇ। ਪਰ ਮੋਦੀ ਸਾਹਿਬ ਨੇ ਪਿਛਲੇ ਦਿਨੀ ਬਿਆਨ ਦਿੱਤਾ, ਉਹ ਕਹਿੰਦੇ ਵੀ ਸੁਪਰੀਮ ਕੋਰਟ ਨੇ ਕਿਹਾ ਕਮੇਟੀ ਬਣਾਓ, ਅਸੀਂ ਆਖਿਆ ਠੀਕ ਆ। ਉਹ ਕਹਿੰਦੇ ਵੀ ਇਸ ਜੱਜ ਸਾਹਿਬਾਨ ਤੋਂ ਪੜਤਾਲ ਹੋਣੀ ਚਾਹੀਦੀ ਹੈ, ਅਸੀਂ ਸਹਿਮਤ। ਜੋ ਕਿਹਾ ਅਸੀਂ ਸਹਿਮਤ। ਰੌਲਾ ਕਿਹੜੀ ਗੱਲ ਦਾ? ਰੌਲਾ ਇਹ ਹੈ ਜਿਹੜੀ ਕਮੇਟੀ ਬਣਾਈ ਸੁਪਰੀਮ ਕੋਰਟ ਨੇ, ਉਹ ਕਮੇਟੀ ਨੇ ਇਹਨਾਂ ਦੇ ਖਿਲਾਫ ਰਿਪੋਰਟ ਦਿੱਤੀ, ਫਿਰ ਕਿਉਂ ਨਹੀਂ ਅਮਲ ਕੀਤਾ? ਜਿਹੜੀ ਉਹ ਕਹਿੰਦੇ ਨੇ ਕਿਹਾ ਕਮੇਟੀ ਬਣਾਓ, ਕਮੇਟੀ ਬਣਾਤੀ, ਕਮੇਟੀ ਨੇ ਉਹਨਾਂ ਦੇ ਖਿਲਾਫ ਰਿਪੋਰਟ ਦਿੱਤੀ, ਉਹਨਾਂ ਨੇ ਕਹਤਾ ਹੀ ਇਜ਼ ਦਾ ਕਲਪ੍ਰਿਟ, ਤੇ ਫਿਰ ਉਹਦੇ ਤੇ ਕਾਰਵਾਈ ਨਾ ਕਰਨਾ, ਇਹ ਉਹਨਾਂ ਦੇ ਇਦਾਂ ਕਹਿਣ ਨਾਲ ਗੱਲ ਢਕੀ ਜਾਊ। ਪਰ ਜੇ ਮੰਨ ਲਓ ਕਿਸੇ ਮੋੜ ਦੇ ਉੱਤੇ ਫਿਰ ਅੰਦੋਲਨ ਛੇੜਨਾ ਪੈਂਦਾ, ਪਹਿਲਾਂ ਵਾਲਾ ਹੁਲਾਰਾ ਮਿਲਣ ਦੀ ਆਸ ਹੈ? ਮਿਹਨਤ ਕਰਨੀ ਪਊ। ਪਹਿਲਾਂ ਵਾਲਾ ਅੰਦੋਲਨ ਵੀ ਇੱਕ ਦਿਨ 'ਚ ਨਹੀਂ ਖੜਾ ਹੋਇਆ। ਇਹਨੂੰ ਸਮਝੋ ਕੀ ਹੈ। 2017 'ਚ 10 ਅਕਤੂਬਰ ਨੂੰ ਇੱਕ ਨੀਤੀ ਆਯੋਗ ਦੀ ਮੀਟਿੰਗ ਸੀ, ਜਿਹਦੇ 'ਚ ਮੈਂ ਸੀ ਪੰਜਾਬ 'ਚੋਂ ਇਕੱਲਾ। ਉੱਥੇ ਪਹਿਲੀ ਵਾਰੀ ਮੇਰੇ ਸਾਹਮਣੇ ਇਹ ਗੱਲ ਆਈ ਜਿਹਦੇ ਵਿੱਚ ਕਾਰਪੋਰੇਟਸ ਨੇ ਕਿਹਾ ਸੀ, ਮੁੱਦਾ ਸੀਗਾ ਭਈ ਖੇਤੀ 'ਚ ਖੜੋਤ ਆ ਗਈ, ਇਹਨੂੰ ਕਿਸ ਤਰ੍ਹਾਂ ਦਰੁਸਤ ਕਰਨਾ ਹੈ। ਉੱਥੇ ਇੱਕ ਸਾਡੇ ਸਰਕਾਰੀ ਇਕੋਨੋਮਿਸਟ ਨੇ ਕਹਿ ਦਿੱਤਾ ਵੀ ਇਹਦੇ 'ਚ ਇਨਵੈਸਟਮੈਂਟ ਚਾਹੀਦੀ ਹੈ। ਇਨਵੈਸਟਮੈਂਟ ਫਾਰਮਰ ਦੇ ਕੋਲ ਤਾਂ ਹੈ ਨਹੀਂ, ਉਹ ਤਾਂ ਖੁਦਕੁਸ਼ੀਆਂ ਕਰਦੇ ਨੇ। ਕਾਰਪੋਰੇਟਸ ਨੂੰ ਰਿਕੁਐਸਟ ਕਰੋ ਵੀ ਉਹ ਇਨਵੈਸਟਮੈਂਟ ਕਰਨ। ਇਹ ਸਾਰੀ ਖੇਡ ਸੀ ਉੱਥੇ। ਉਹਦੇ ਬਾਅਦ ਇੱਕ ਕਾਰਪੋਰੇਟ ਦਾ CEO ਉੱਠਿਆ, ਉਹਨੇ ਕਿਹਾ ਵੀ ਆਰ ਰੈਡੀ ਟੂ ਇਨਵੈਸਟ ਸਰ, ਪਰ ਸਾਡੀ ਇੱਕ ਸ਼ਰਤ ਹੈ। ਸ਼ਰਤ ਇਹ ਹੈ ਵੀ ਸਾਨੂੰ 5,000 ਏਕੜ ਜ਼ਮੀਨ ਦੇ ਕਲਸਟਰ ਬਣਾ ਕੇ ਦੇ ਦਿਓ, 50 ਸਾਲਾਂ ਲੀਜ਼ ਤੇ ਲੈ ਦਿਓ, ਲੀਜ਼ ਸਰਕਾਰ ਤੈਅ ਕਰ ਦੇ, ਅਸੀਂ ਖਜ਼ਾਨੇ ਜਮ੍ਹਾਂ ਕਰਾ ਦਾਂਗੇ, ਕਿਸਾਨ ਸਾਡੇ ਕੰਮ 'ਚ ਮੁੜ ਕੇ ਦਖਲ ਨਹੀਂ ਦਊਗਾ, ਆਪਣੀ ਲੀਜ਼ ਉਹ ਚੱਕ ਲਵੇ, 50 ਸਾਲ ਵਾਸਤੇ ਲੀਜ਼ ਤੇ ਦੇ ਦਿਓ। ਮੈਂ ਸਮਝਿਆ ਵੀ ਇਹ ਤਾਂ ਜ਼ਮੀਨ ਖੋਹਣ ਵਾਲੇ ਪਾਸੇ ਤੁਰ ਪਏ। ਤੇ ਮੈਂ ਜਦੋਂ ਮੇਰੀ ਵਾਰੀ ਆਈ, ਬਹੁਤ ਔਖਾ ਮੈਨੂੰ ਟਾਈਮ ਦਿੱਤਾ, ਲੜ ਝਗੜ ਕੇ ਲਿਆ ਟਾਈਮ। ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਗਲਤ ਕਰ ਰਹੇ ਹੋ। ਅਸੀਂ ਜਿਹੜੇ ਖੇਤੀ ਕਰਨ ਵਾਲੇ ਕਿਸਾਨ ਆ, ਖਾਸ ਤੌਰ ਤੇ ਪੰਜਾਬ ਔਰ ਹਰਿਆਣੇ ਦੀ ਸਾਡੀ ਇੱਕੋ ਕਲਚਰ ਹੈ। ਅਸੀਂ ਜ਼ਮੀਨਾਂ ਬਹੁਤ ਬੁਰੀ ਤਰ੍ਹਾਂ ਜੁੜੇ ਹੋਏ ਹਾਂ, ਅਸੀਂ ਇਹਤੇ ਬਿਨਾਂ ਨਹੀਂ ਰਹਿ ਸਕਦੇ। ਅਸੀਂ ਤਾਂ ਰਿਸ਼ਤੇ ਧੀਆਂ ਪੁੱਤਰਾਂ ਦੇ ਜਦੋਂ ਕਰਦੇ ਪੁੱਛਦੇ ਮੁੰਡੇ ਨੂੰ ਜ਼ਮੀਨ ਕਿੰਨੀ ਹੈ। ਜੇ ਤੁਸੀਂ ਸਾਥੇ ਜ਼ਮੀਨ ਖੋਗੇ, ਇਹ ਲਾ ਐਂਡ ਆਰਡਰ ਪ੍ਰੋਬਲਮ ਖੜੀ ਹੋ ਜੂ। ਪੰਜਾਬ ਔਰ ਹਰਿਆਣਾ ਤੁਹਾਡੇ ਬਸ 'ਚ ਨਹੀਂ ਰਹਿਣੇ। ਜਿਹਦੇ ਕੋਲ 2 ਏਕੜ ਜ਼ਮੀਨ ਆ ਉਹਦੇ ਵੀ ਮੁੰਡੇ ਤੇ ਗੰਡਾਸਾ ਹੋਊ, 20 ਵਾਲੇ ਤੇ ਗੰਡਾਸਾ ਹੋਊ। ਇਹ ਕਹਿ ਕੇ ਮੈਂ ਆ ਗਿਆ ਸੀ। ਉਹਦੇ ਬਾਅਦ 2 ਸਾਲ ਮੈਂ ਰਿਪੋਰਟਸ ਇਕੱਠੀਆਂ ਕਰਦਾ ਰਿਹਾ। ਕੁਝ CACP ਦੀਆਂ ਰਿਪੋਰਟਸ ਨੇ ਜਿਹੜੀਆਂ ਇਹੋ ਜਿਹੀ ਇੰਡੀਕੇਸ਼ਨ ਦਿੰਦੀਆਂ। ਇੱਕ ਪ੍ਰਾਈਮ ਮਿਨਿਸਟਰ ਆਫਿਸ ਦੀ ਚਿੱਠੀ ਮੇਰੇ ਹੱਥ ਲੱਗ ਗਈ, ਉਹ ਵੀ ਇੱਦਾਂ ਇੰਡੀਕੇਟ ਕਰਦੀ ਹੈ। ਫਿਰ ਇੱਕ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਹੱਥ ਲੱਗ ਗਈ, ਉਹ ਵੀ ਇੱਦਾਂ ਇੰਡੀਕੇਟ ਕਰਦੀ ਹੈ। ਫਿਰ ਮੈਂ ਸਾਰੀਆਂ ਪੋਲੀਟੀਕਲ ਪਾਰਟੀਆਂ ਪੰਜਾਬ ਦੀਆਂ ਦਾ ਇੱਕ ਮੀਟਿੰਗ 17 ਫਰਵਰੀ 2020 ਨੂੰ ਇੱਥੇ ਚੰਡੀਗੜ੍ਹ ਸੱਦ ਲਈ। ਉਹਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਕਾਗਜ਼ ਦਿੱਤੇ ਵੀ ਇਹਨੂੰ ਪੜ੍ਹੋ, ਫਿਰ ਉਹਦੇ ਬਾਅਦ ਜਵਾਬ ਦਿਓ। ਉਹਨਾਂ ਨੇ ਪੜ੍ਹ ਕੇ ਫਿਰ ਸਾਰਿਆਂ ਨੇ ਆਪੋ ਆਪਣੀ ਗੱਲ ਕਹੀ। ਰੂਲਿੰਗ ਪਾਰਟੀ ਦਾ ਪ੍ਰਧਾਨ ਸੁਨੀਲ ਜਾਖੜ, ਇਹਨੂੰ ਅਖੀਰ ਟਾਈਮ ਦਿੱਤਾ। ਇਹਨੂੰ ਮੈਂ ਪੁੱਛਿਆ ਵੀ ਦੱਸੋ ਤੁਹਾਡੇ ਇੱਥੇ ਸਰਕਾਰ ਤੇ ਕੇਂਦਰ ਦਾ ਕਿੰਨਾ ਕੁ ਦਬਾਅ ਹੈ, ਕਦੋਂ ਇੱਧਰ ਨੂੰ ਤੁਰਨ ਵਾਲੀ ਹੈ। ਉਹਨੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ, ਔਨ ਰਿਕਾਰਡ ਹੈ ਇਹ, ਸਾਡੇ ਕੋਲ ਰਿਕਾਰਡਿੰਗ ਪਈ ਹੈ। ਉਹਨੇ ਕਿਹਾ ਵੀ ਮੈਨੂੰ ਇੱਕ ਆਦਤ ਰਹੀ ਹੈ, ਮੈਂ 6 ਮਹੀਨੇ ਬਾਅਦ ਪਾਰਟੀ ਨੂੰ ਇਕੱਠੇ ਕਰਕੇ ਕੁਝ ਕਿਸਾਨੀ ਦੇ ਸਵਾਲ ਸੂਲ ਕਰਨਾ। ਕਦੇ ਸੈਮੀਨਾਰ ਕਰਾਤਾ, ਕਦੇ ਕਿਸਾਨ ਪਾਰਲੀਮੈਂਟ ਕਰਾਤੀ, ਇੱਦਾਂ ਕਰਦਾ ਰਿਹਾ। ਉਹਨੇ ਕਿਹਾ ਵੀ ਰਾਜੇਵਾਲ ਆਪਾਂ ਨੂੰ ਅੱਗੇ ਵੀ ਸੱਦਦਾ ਹੈ, ਆਪਾਂ ਨੂੰ ਹਰ ਵਾਰੀ ਕੋਈ ਸਵਾਲ ਕਰਦਾ, ਆਪਾਂ ਕੋਈ ਨਾ ਕੋਈ ਉਲਟਾ ਸਿੱਧਾ ਜਵਾਬ ਦੇ ਕੇ ਤੁਰ ਜਾਂਦੇ ਹਾਂ। ਪਰ ਅੱਜ ਜਿਹੜਾ ਇਹਨੇ ਸਵਾਲ ਕੀਤਾ ਬਹੁਤ ਗੰਭੀਰ ਹੈ। ਮੈਂ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਦਾ ਭਈ ਇਹ ਮੁੱਦੇ ਨੂੰ ਸਮਝ ਕੇ ਜੇ ਇਕੱਠੇ ਹੋ ਕੇ ਨਾ ਲੜੇ, ਰਾਜਨੀਤੀ ਤੋਂ ਉੱਪਰ ਉੱਠ ਕੇ ਨਾ ਲੜੇ, ਤਾਂ ਪੰਜਾਬ ਨੇ ਨਹੀਂ ਬਚਣਾ। ਇਹ ਕਹਿ ਕੇ ਵਿੱਚੋਂ ਅਕਾਲੀ MP ਬਲਵਿੰਦਰ ਸਿੰਘ ਭੂੰਦੜ ਸੀ, ਉਹਨਾਂ ਦੇ ਸ਼ਬਦ ਸੀਗੇ, ਮੈਨੂੰ ਬੇਂਡੀ ਲਾਓ। ਮੈਂ ਕਿਹਾ ਜੀ ਸਮਾਂ ਹੁਣ ਤੇ ਦੇਖਾਂਗੇ। ਫਿਰ ਉਹ ਸਾਨੂੰ ਲੱਭੇ ਹੀ ਨਹੀਂ। ਤੇ ਉਹ ਤੋਂ ਬਾਅਦ ਇੱਕ ਰੈਲੀ ਕੀਤੀ 1 ਹਫ਼ਤਾ ਬਾਅਦ ਚੰਡੀਗੜ੍ਹ 'ਚ, ਮਨਜ਼ੂਰੀ ਵੀ ਲਈ। ਮੈਂ ਮਨਜ਼ੂਰੀ ਕਦੇ ਨਹੀਂ ਲਈ, ਉੱਦਾਂ ਹੀ ਰੈਲੀ ਕਰਦੇ ਨੇ, ਪਰ ਉਸ ਵਾਰੀ ਮੈਂ ਮਨਜ਼ੂਰੀ ਲਈ। ਔਰ ਰੈਲੀ ਗਰਾਊਂਡ 'ਚ ਕਦੇ ਨਹੀਂ ਗਏ, ਰੈਲੀ ਗਰਾਊਂਡ 'ਚ ਵੀ ਗਏ 26 ਸੈਕਟਰ 'ਚ। ਤੇ ਜਦੋਂ ਸਰਕਾਰ ਨੂੰ 10:30 ਵਜੇ ਇਹ ਰਿਪੋਰਟ ਆ ਗਈ ਵੀ ਕਿਵੇਂ ਬੱਸਾਂ ਭਰੀਆਂ ਆਉਂਦੀਆਂ ਪੰਜਾਬ 'ਚੋਂ,
ਇਹਨਾਂ ਨੇ ਬੈਨ ਲਾਤਾ। ਬੱਸਾਂ ਕੋਈ ਕੁਰਾਲੀ ਰੋਕਤੀਆਂ, ਕੋਈ ਖਰੜ ਰੋਕਤੀਆਂ, ਕੋਈ ਬਨੂੜ ਰੋਕਤੀਆਂ, ਕੋਈ ਮੋਹਾਲੀ ਦੇ ਚੌਂਕਾਂ 'ਚ ਰੋਕਤੀਆਂ। ਲੋਕੀ 15-15 ਕਿਲੋਮੀਟਰ ਪੈਦਲ ਤੁਰ ਕੇ 3 ਵਜੇ ਤੱਕ 20,000 ਬੰਦਾ ਉੱਥੇ ਪਹੁੰਚ ਗਿਆ। ਮੈਨੂੰ ਹੌਸਲਾ ਹੋ ਗਿਆ ਵੀ ਮੈਂ ਲਿਖਦਾ ਬਹੁਤ ਰਿਹਾ ਇਹਦੇ ਤੇ ਪਹਿਲਾਂ ਲੋਕਾਂ ਨੂੰ ਐਜੂਕੇਟ ਕਰਨ ਨੂੰ, ਮੈਨੂੰ ਹੌਸਲਾ ਹੋ ਗਿਆ ਵੀ ਹੁਣ ਐਜੀਟੇਸ਼ਨ ਦਾ ਸਮਾਂ ਆ ਗਿਆ। ਉਹ ਤੋਂ ਬਾਅਦ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਕੀਤਾ, ਅਸੀਂ ਇਕੱਠੇ ਹੋ ਕੇ ਰੇਲਵੇ ਲਾਈਨਾਂ ਤੇ ਬੈਠੇ, ਰੇਲਵੇ ਲਾਈਨਾਂ ਤੇ 2 ਮਹੀਨੇ ਬੈਠ ਕੇ ਫਿਰ ਅਸੀਂ ਦਿੱਲੀ ਚਲੇ ਗਏ। ਇਹ ਤੋਂ ਅੰਦਾਜ਼ਾ ਲਾਓ 10 ਅਕਤੂਬਰ 2017 ਤੋਂ ਇਹ 2020 ਤੱਕ 3 ਸਾਲ ਲੱਗੇ ਤਿਆਰੀ ਕਰਨ ਨੂੰ। ਇੱਕ ਦਿਨ ਚ ਨਹੀਂ ਇਹ ਅੰਦੋਲਨ ਤਿਆਰ ਹੋਇਆ। ਜੇ ਹੁਣ ਵੀ ਤਿਆਰ ਕਰਨਾ ਪਊ ਤਾਂ ਮਿਹਨਤ ਇਸੇ ਤਰ੍ਹਾਂ ਕਰਨੀ ਪਊ। ਇੱਕ ਮੈਂ ਹੋਰ ਆਪਣੇ ਤਲਖ ਤਜਰਬੇ ਤੋਂ ਮੈਨੂੰ ਅਫਸੋਸ ਹੁੰਦਾ, ਮੈਂ ਪਹਿਲਾਂ ਹੀ ਕਹਿਤਾ ਸੀ ਮੇਰੀ ਜ਼ਿੰਦਗੀ ਦਾ ਮੈਨੂੰ ਲੱਗਦਾ ਇਹ ਅੰਦੋਲਨ ਆਖਰੀ ਹੋਊ। ਮੈਂ ਸਾਰਿਆਂ ਨੂੰ ਕਿਹਾ ਸੀ ਮੈਂ ਇੱਥੋਂ ਹਾਰ ਕੇ ਨਹੀਂ ਜਾਣਾ, ਫਿਰ ਮੇਰੀ ਲਾਸ਼ ਜਾਊ ਤੇ ਮੈਂ ਜਾਊਂਗਾ, ਜਿੱਤ ਕੇ ਜਾਊਂ। ਇਹ ਮੈਂ ਉੱਥੇ ਜਾ ਕੇ ਆਪਣੇ ਸਾਥੀਆਂ ਨੂੰ ਕਹੀ ਸੀ। ਉਹ 2 ਮਹੀਨੇ ਸੋਚਦੇ ਰਹੇ, ਫਿਰ ਸਾਰਿਆਂ ਨੇ ਇਹੀ ਗੱਲ ਮੇਰੇ ਵਾਲੀ ਕਹੀ ਵੀ ਆ ਸਾਡੀਆਂ ਲਾਸ਼ਾਂ ਜਾਣਗੀਆਂ ਜਾਂ ਮੋਰਚਾ ਜਿੱਤ ਕੇ ਜਾਵਾਂਗੇ। ਮੈਨੂੰ ਅਫਸੋਸ ਹੁੰਦਾ ਹੈ ਜਿਹੜੇ ਲੋਕ, ਠੀਕ ਹੈ ਅਸੀਂ ਕੋਈ ਪਾਪ ਨਹੀਂ ਕੀਤਾ, ਵਿਦਿਨ ਡੈਮੋਕ੍ਰੇਸੀ ਜੋ ਵਿਦਿਨ ਕਨਸਟੀਟਿਊਸ਼ਨ ਜੋ ਸਾਡਾ ਅਧਿਕਾਰ ਹੈ, ਅਸੀਂ ਇਲੈਕਸ਼ਨ ਲੜ ਲਈ। ਜਿਹੜੇ ਆਪ ਇਲੈਕਸ਼ਨ ਲੜਦੇ ਰਹੇ ਆ, ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਅੱਜ ਕਰ ਰਹੇ ਨੇ, ਇਹ ਕੋਈ ਕਿਸਾਨ ਦੀ ਸੇਵਾ ਨਹੀਂ ਉਹ ਕਰ ਰਹੇ। ਅਸੀਂ ਸਿਸਟਮ ਸੁਧਾਰਨ ਲਈ ਲੜ ਰਹੇ ਹਾਂ। ਰਾਜੇਵਾਲ ਨੇ ਜ਼ਿੰਦਗੀ 'ਚ ਕਰਪਸ਼ਨ ਨਹੀਂ ਕੀਤੀ, ਰਾਜੇਵਾਲ ਜ਼ਿੰਦਗੀ 'ਚ ਕਦੇ ਬੇਈਮਾਨ ਨਹੀਂ ਹੋਇਆ। ਬੇਈਮਾਨੀ ਸ਼ਬਦ ਤੋਂ ਮੈਨੂੰ ਐਲਰਜੀ ਹੈ। ਤੇ ਜੇ ਇਹ ਜਿਹੇ ਬੰਦੇ ਆਪਣੇ ਆਪ ਨੂੰ ਹੀਰੋ ਬਣਾਉਣ ਵਾਸਤੇ ਉਲਟੀਆਂ ਸਿੱਧੀਆਂ, ਇਹ ਵੀ ਇੱਕ ਮੂਵਮੈਂਟ ਹੈ, ਇਹਦੇ ਖਿਲਾਫ ਕਰਨ, ਉਹ ਕੋਈ ਸੇਵਾ ਨਹੀਂ ਕਰ ਰਹੇ। ਉਹਨਾਂ ਪੋਲੀਟੀਕਲ ਪਾਰਟੀਆਂ ਦੀ ਸੇਵਾ ਕਰ ਰਹੇ ਨੇ ਜਿਨ੍ਹਾਂ ਦੇ ਖਿਲਾਫ ਅਸੀਂ ਲੜ ਰਹੇ ਹਾਂ। ਫਿਰ ਉਹਨਾਂ ਨੂੰ ਵੋਟ ਪਾ ਦੇਣ ਸਿੱਧਾ। ਸਾਡੇ ਵੱਲੋਂ ਇਸ ਤਰ੍ਹਾਂ ਕ੍ਰਿਟਿਸਿਜ਼ਮ ਕਰਕੇ ਉਹਨਾਂ ਨੂੰ ਉਧਰ ਨੂੰ ਮੋੜਨਾ ਲੋਕਾਂ ਨੂੰ, ਤਾਂ ਓਪਨਲੀ ਕਿਉਂ ਨਹੀਂ ਕਹਿੰਦੇ? ਇੰਨੀ ਦਲੇਰੀ ਕਿਉਂ ਨਹੀਂ ਲਿਆਉਂਦੇ? ਉਹ ਕਹਿਣ ਵੀ ਕਾਂਗਰਸ ਨੂੰ ਵੋਟ ਪਾਓ, ਅਕਾਲੀ ਦਲ ਨੂੰ ਵੋਟ ਪਾਓ, ਭਾਜਪਾ ਨੂੰ ਵੋਟ ਪਾਓ। ਜਿਹੜੇ ਅੱਜ ਜਿਨ੍ਹਾਂ ਨੂੰ ਅਸੀਂ ਬੁਰੇ ਲੱਗਦੇ ਹਾਂ, ਹੁਣ ਨੰਗੇ ਲੋਕਾਂ ਨੂੰ ਤਾਂ ਪਤਾ ਲੱਗੇ। ਬਿਲਕੁਲ ਠੀਕ ਹੈ। ਪਰ ਇਹ ਦੱਸੋ ਜੀ ਕਿ ਜਿਹੜੇ ਉਹਨਾਂ ਨੇ ਕਿਹਾ ਸੀ 5-5 ਲੱਖ ਰੁਪਈਆ ਮੁਆਵਜ਼ਾ ਮਿਲੂਗਾ, ਸੂਬਾਈ ਸਰਕਾਰਾਂ ਦੇਣਗੀਆਂ, ਉਹ ਕਿੰਨੇ ਕੁ ਕਿਸਾਨਾਂ ਨੂੰ ਮਿਲ ਗਿਆ, ਪਰਿਵਾਰਾਂ ਨੂੰ? ਦੇਖੋ ਉਹਦਾ ਰਿਕਾਰਡ ਜਿਹੜਾ ਹੈ ਨਾ, ਉਹ ਜਿਹੜੇ ਸੱਜਣਾਂ ਦੀ ਡਿਊਟੀ ਲਾਈ ਹੋਈ ਹੈ ਉਹਨਾਂ ਨੂੰ ਪਤਾ ਹੈ ਐਗਜ਼ੈਕਟਲੀ ਵੀ ਕਿੰਨਿਆਂ ਨੂੰ ਮਿਲ ਗਿਆ। ਪਰ ਪੰਜਾਬ 'ਚ ਮੇਰੇ ਖਿਆਲ ਕੋਈ 300 ਨੂੰ ਮਿਲ ਚੁੱਕਾ, ਔਰ ਕੁਝ 150-200 ਨੌਕਰੀ ਵੀ ਮਿਲ ਚੁੱਕੀ, ਪੰਜਾਬ ਸਰਕਾਰ ਨੇ ਦਿੱਤੀ। ਹਰਿਆਣੇ ਵਾਲਿਆਂ ਨੇ ਮੁਆਵਜ਼ਾ ਦੇ ਦਿੱਤਾ, ਉਹ ਵੰਡਿਆ ਕਿਵੇਂ ਉਹ ਮੈਨੂੰ ਨਹੀਂ ਪਤਾ। ਸਾਡੇ ਸਾਹਮਣੇ ਇੱਕ ਉਹਨਾਂ ਨੇ ਰਿਵਾਜ ਗਲਤ ਪਾ ਲਿਆ ਜੀ ਹਰਿਆਣੇ ਵਾਲਿਆਂ ਨੇ। ਜਦੋਂ ਕਰਨਾਲ ਵਾਲਾ ਕੇਸ ਹੋਇਆ ਨਾ, ਉਹਨਾਂ ਨੇ ਕੈਸ਼ ਲੈ ਲਿਆ। ਅਸੀਂ ਤਾਂ ਕੈਸ਼ ਲੈਂਦੇ ਨਹੀਂ, ਅਸੀਂ ਤਾਂ ਸਿੱਧਾ ਡਰਾਫਟ ਜਾਂ ਚੈੱਕ ਜਿਹੜਾ ਸ਼ਹੀਦ ਹੋਇਆ ਉਹਦੇ ਘਰ ਨੂੰ ਸਿੱਧਾ ਜਾਂਦਾ, ਐਸਡੀਐਮ ਦੇ ਕੇ ਆਉਂਦਾ। ਅਸੀਂ ਇੱਦਾਂ ਨਹੀਂ ਕੀਤਾ। ਹਰਿਆਣੇ ਵਾਲਿਆਂ ਨੇ ਗਲਤੀ ਕਰ ਲਈ। ਉਹਨਾਂ ਨੇ ਉਸ ਵੇਲੇ ਜਦੋਂ ਕਰਨਾਲ ਇੰਸੀਡੈਂਟ ਹੋਈ, ਕੈਸ਼ ਲੈ ਕੇ ਉਹ ਜਿਹੜੇ ਕਿਸਾਨ ਦੀ ਡੈਥ ਹੋਈ ਸੀ ਉਹਨਾਂ ਦੇ ਘਰਦਿਆਂ ਨੂੰ ਦੇ ਦਿੱਤਾ। ਹਰਿਆਣਾ ਸਰਕਾਰ ਨੇ ਕਿਹਾ ਤੇ ਲੈ ਜਾਓ ਕੈਸ਼। ਸਾਨੂੰ ਨਹੀਂ ਪਤਾ ਫਿਰ ਉਹਨਾਂ ਦੀ ਕਮੇਟੀ ਸੀ, ਉਹਨਾਂ ਨੇ ਲਿਆਂਦਾ ਕਿ ਨਹੀਂ, ਮੈਂ ਐਵੇਂ ਕੁਝ ਕਹਿਣਾ ਨਹੀਂ। ਪਰ ਉਹਨਾਂ ਵੱਲੋਂ ਪੈਸੇ ਦੇਣ ਵਿੱਚ ਕੋਈ ਇਨਕਾਰੀ ਨਹੀਂ ਸੀ, ਇੰਨਾ ਮੈਨੂੰ ਇਨਫੋਰਮੇਸ਼ਨ ਹੈ। ਸਰਕਾਰ ਨੇ ਜਿਹੜਾ ਇਹਨਾਂ ਨੇ ਰਿਵਾਜ ਪਾ ਲਿਆ ਉਹਦੇ ਮੁਤਾਬਕ ਕਿਹਾ ਸੀ ਕੈਸ਼ ਲੈ ਜਾਓ ਸਾਡੇ ਕੋਲੋਂ। ਫਿਰ ਉਹਦੀ ਕੁਝ ਵੈਰੀਫਿਕੇਸ਼ਨ ਚੱਲਦੀ ਹੈ, ਕੁਝ ਲਿਸਟਾਂ ਉਹਨਾਂ ਨੇ ਜਿਹੜੀਆਂ ਦਿੱਤੀਆਂ ਉਹਦੀ ਹਰਿਆਣਾ ਸਰਕਾਰ ਵੈਰੀਫਿਕੇਸ਼ਨ ਕਰਦੀ ਹੈ। ਇਹ ਮੈਨੂੰ ਇੰਨਾ ਕੁ ਪਤਾ ਇਹਦੇ ਬਾਰੇ, ਬਾਕੀ ਮੈਨੂੰ ਨਹੀਂ ਪਤਾ ਵੀ ਐਗਜ਼ੈਕਟਲੀ ਕਿੰਨੇ ਬੰਦੇ ਰਹਿ ਗਏ ਕਿੰਨੇ ਨਹੀਂ। ਇਹਦੇ ਲਈ ਇੱਕ ਅਲੱਗ ਕਮੇਟੀ ਸੀ। ਸਾਰਾ ਮੈਂ ਫਾਈਨੈਂਸਿਸ ਨਾਲ ਡੀਲ ਹੀ ਨਹੀਂ ਕੀਤਾ। ਮੇਰਾ ਤਾਂ ਓਪਨ ਸੀ, ਸਾਰਿਆਂ ਨੂੰ ਕਹਿੰਦਾ ਸੀ ਵੀ ਪੈਸੇ ਨਾ ਭੇਜੋ, ਸਮਾਨ ਭੇਜ ਦਿਓ, ਜਿਹੜਾ ਇੱਥੇ ਲੋੜ ਹੈ ਆਪਣੇ ਬੰਦੇ ਭੇਜੋ, ਦੇਖਣ ਕੀ ਚਾਹੀਦਾ ਉਹ ਭੇਜ ਦੇਣ। ਤੇ ਜਿਨ੍ਹਾਂ ਨੇ ਪੈਸੇ ਪੂਸੇ ਨਾਲ ਡੀਲ ਕੀਤਾ ਉਹ ਅਲੱਗ ਕਮੇਟੀ ਹੈ, ਉਹਨਾਂ ਨੇ ਹਿਸਾਬ ਰੱਖਿਆ ਹੋਇਆ, ਆਡਿਟ ਹੋਇਆ, ਉਹ ਜਵਾਬ ਦੇਣਗੇ। ਪਰ ਰਾਜੇਵਾਲ ਸਾਹਿਬ, ਪ੍ਰਧਾਨ ਮੰਤਰੀ ਸਾਹਿਬ ਜਦੋਂ ਵੀ ਪੰਜਾਬ ਦੇ ਵਿੱਚ ਆਉਣਾ ਚਾਹੁੰਦੇ ਆ ਜਾਂ ਆਏ ਆ, ਵਿਰੋਧ ਕੀਤਾ ਕਈ ਜਥੇਬੰਦੀਆਂ ਨੇ। ਤੁਸੀਂ ਮੰਨਦੇ ਹੋ ਵੀ ਭਾਈ ਚੋਣਾਂ ਦੇ ਇਸ ਪੜਾਅ ਦੇ ਉੱਤੇ, ਇਸ ਮੋੜ ਦੇ ਉੱਤੇ ਵਿਰੋਧ ਕਰਨਾ ਚਾਹੀਦਾ ਜਾਂ ਫਿਰ ਨਹੀਂ? ਉਹਨਾਂ ਦਾ ਫੈਸਲਾ, ਮੈਂ ਉਹਨਾਂ ਨੂੰ ਕੀ ਕਹਾਂ, ਇਹਦੇ ਪਿੱਛੇ ਕੀ ਤਰਕ ਉਹ ਦਿੰਦੇ ਨੇ। ਅਸੀਂ ਤਾਂ ਫੈਸਲਾ ਨਹੀਂ ਕੀਤਾ ਵਿਰੋਧ ਦਾ। ਮੈਂ ਇਹ ਮੰਨਦਾ ਸੀ ਵੀ ਜਦੋਂ ਪ੍ਰਧਾਨ ਮੰਤਰੀ ਆਉਂਦਾ ਸਾਨੂੰ ਦੇਖਣਾ ਚਾਹੀਦਾ ਵੀ ਉਹ ਕੀ ਦੇ ਕੇ ਜਾਂਦਾ ਪੰਜਾਬ ਨੂੰ। ਜਦ ਚੋਣਾਂ ਤੋਂ ਪਹਿਲਾਂ ਆਇਆ, ਮੈਂ ਉਦੋਂ ਕਿਹਾ ਸੀ ਦੇਖ ਤਾਂ ਲਈਓ ਕੀ ਦੇ ਕੇ ਜਾਂਦਾ। ਜੇ ਲੜਾਈ ਪਾ ਕੇ ਬਹਿ ਗਏ ਫਿਰ ਉਹਦਾ ਕ੍ਰਿਟਿਸਿਜ਼ਮ ਕੀ ਕਰੋਗੇ? ਤੇ ਜੇ ਉਹ ਕੁਝ ਦੇ ਕੇ ਨਹੀਂ ਜਾਂਦਾ ਫਿਰ ਉਹਨੂੰ ਧਰ ਕੇ ਲਾਓ। ਤੋ
ਜਿਨ੍ਹਾਂ ਦੀ ਸੋਚ ਸੀ ਉਹਨਾਂ ਨੇ ਉਸ ਤਰ੍ਹਾਂ ਦਾ ਕੰਮ ਕਰ ਲਿਆ। ਇੱਕ ਹੋਰ ਬੜਾ ਮਹੱਤਵਪੂਰਨ ਸਵਾਲ ਆ ਵੀ ਪੰਜਾਬ ਲਗਭਗ 3 ਲੱਖ ਕਰੋੜ ਰੁਪਏ ਦੇ ਕਰਜ਼ੇ ਥੱਲੇ ਹੈ, ਜਿਹੜਾ ਕਿ ਸਾਰੇ ਬੱਚੇ ਨੂੰ ਪਤਾ। ਇਸ ਦੇ ਬਾਵਜੂਦ ਜੇਕਰ ਮੁਫਤ ਦੇ ਵਿੱਚ ਚੀਜ਼ਾਂ ਮਿਲਣਗੀਆਂ ਪੰਜਾਬ ਦੇ ਲੋਕਾਂ ਨੂੰ, ਉਹਦੇ ਨਾਲ ਪੰਜਾਬ ਹੋਰ ਆਰਥਿਕ ਗਿਰਾਵਟ ਦੇ ਵੱਲ ਜਾਊਗਾ। ਤੁਸੀਂ ਠੀਕ ਮੰਨਦੇ ਹੋ ਵੀ ਭਾਈ ਬਿਜਲੀ ਮੁਫਤ ਦੇ ਵਿੱਚ ਮਿਲੇ ਕਿਸਾਨੀ ਨੂੰ, ਜਾਂ ਹੋਰ ਆ ਵੀ ਦੇ ਦੇਾਂਗੇ, ਆਟਾ ਵੀ ਦੇ ਦੇਾਂਗੇ, ਦਾਲ ਵੀ ਦੇ ਦੇਾਂਗੇ, ਆ ਵੀ ਦੇਵਾਂਗੇ, ਉਹ ਵੀ ਦੇਵਾਂਗੇ? ਟੈਣਾ ਸਾਹਿਬ, ਤੁਹਾਨੂੰ ਵੀ ਕਿਸਾਨ ਦੀ ਬਿਜਲੀ ਮੁਫਤ ਚੁਭਦੀ ਹੈ? ਨਹੀਂ, ਮੈਂ ਲੌਜਿਕ ਨਾਲ ਸਵਾਲ ਕਰਦਾ, ਮੈਂ ਲੌਜਿਕ ਨਾਲ ਸਵਾਲ ਕਰਦਾ। ਕਦੀ ਸੋਚਿਆ ਭਾਰਤ ਸਰਕਾਰ ਨੇ ਪਿਛਲੇ 7 ਸਾਲਾਂ ਵਿੱਚ 42 ਲੱਖ ਕਰੋੜ ਰੁਪਇਆ NPA ਕਾਰਪੋਰੇਟ ਹਾਊਸਿਸ ਦਾ ਮਾਫ ਕਰਤਾ? ਬਿਲਕੁਲ ਸਹੀ। ਉਹ ਫ੍ਰੀ ਬਿਜਲੀ ਨੂੰ ਮਹਿੰਗਾ ਨਹੀਂ ਹੈ? ਬਹੁਤ ਦੁੱਖ ਦੀ ਗੱਲ ਹੈ। ਉਹਦੇ ਵਾਸਤੇ ਤਾਂ ਕੋਈ ਨਹੀਂ ਬੋਲਦਾ। ਕਿਸਾਨ ਨੂੰ ਫ੍ਰੀ ਬਿਜਲੀ, ਕਿਸਾਨ ਤੋਂ ਤੁਸੀਂ ਜਿਵੇਂ ਸਸਤਾ ਅਨਾਜ ਲੁੱਟਦੇ ਉਹਦੀ ਵੀ ਗੱਲ ਕਰ ਲਓ। ਸਭ ਦਾ ਜੀ ਕਰਦਾ ਮੈਨੂੰ ਸਸਤਾ ਦਿਓ, ਉਹਦੀ ਕੀਮਤ ਨਾ ਵਧਾਓ। ਜਦੋਂ ਕੀਮਤ ਵਧਦੀ ਹੈ ਤਾਂ ਰੌਲਾ। ਕਾਹਦੀ ਦੁਸ਼ਮਣੀ ਹੈ ਕਿਸਾਨ ਨਾਲ ਤੁਹਾਨੂੰ? ਤੋ ਬਿਜਲੀ ਦੀ ਕਿਉਂ ਕਹਿੰਦੇ ਹੋ? ਹਾਂ, ਮੈਂ ਇਸ ਗੱਲ ਨਾਲ ਤੁਹਾਡੀ ਨਾਲ ਸਹਿਮਤ ਹਾਂ। ਜਿਹੜੇ ਕਹਿੰਦੇ ਨੇ 1000 ਰੁਪਇਆ ਮਹੀਨਾ ਦੇਵਾਂਗੇ ਜੀ, 2000 ਰੁਪਇਆ ਮਹੀਨਾ ਦੇਵਾਂਗੇ, ਤੁਹਾਡੇ ਪੱਲੇ ਤਾਂ ਧੇਲਾ ਨਹੀਂ। ਤੁਹਾਡਾ 60,000 ਕਰੋੜ ਦਾ ਬਜਟ ਹੈ, 50,000 ਕਰੋੜ ਜਾਂਦਾ ਤਨਖਾਹਾਂ 'ਚ, 10,000 ਕਰੋੜ ਨਾਲ ਤੁਹਾਡੀ ਕਿਸ਼ਤਾਂ ਨਹੀਂ ਮੁੜਦੀਆਂ, ਬਾਕੀ ਪੈਸੇ ਕਿੱਥੋਂ ਲਿਆਓਗੇ? ਐਵੇਂ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਇਦਾਂ ਦੇ ਜਿਹੜੀਆਂ ਫ੍ਰੀ ਵੀਜ਼ ਇਦਾਂ ਦੀਆਂ ਨੇ ਉਹ ਡਿਕਲੇਅਰ ਕਰ ਰਹੇ ਨੇ। ਕਿਸਾਨ ਸਰਕਾਰ ਦੀ ਵਜ੍ਹਾ ਨਾਲ ਗਰੀਬ ਹੋਇਆ, ਉਹਨੂੰ ਫ੍ਰੀ ਬਿਜਲੀ ਦੇਣਾ ਕੋਈ ਪਾਪ ਨਹੀਂ। ਇਹ ਕੋਈ ਪਾਪ ਨਹੀਂ। ਤੁਸੀਂ ਜਦ ਹਰ ਇੱਕ ਨੂੰ ਚੱਕ ਕੇ ਦੇਈ ਜਾਂਦੇ ਹੋ, ਇੰਡਸਟਰੀ ਨੂੰ ਸਬਸਿਡੀਜ਼ ਦੇਈ ਜਾਂਦੇ ਹੋ, ਉਹਨਾਂ ਦੇ ਕਰਜ਼ੇ ਮਾਫ ਕਰੀ ਜਾਂਦੇ ਹੋ, ਕਿਸਾਨ ਦੀ ਵਾਰੀ ਕੀ ਹੈ ਜੀ? ਹੁਣ ਕਰਜ਼ਾ ਮਾਫੀ ਦਾ ਕੀ ਹੈ ਜੀ? 4800 ਕਰੋੜ ਮਾਫ ਕੀਤਾ। ਮੈਂ ਪੁੱਛਿਆ ਚੀਫ ਮਿਨਿਸਟਰ ਨੂੰ, ਹੋਇਆ ਇਹ ਹੈ ਵੀ ਇਹਨਾਂ ਨੇ ਬੜੇ ਬੜੇ ਵਾਅਦੇ ਕਰ ਲਏ, ਕਿਸਾਨਾਂ ਨੇ ਦੇਖਿਆ ਵੀ ਸਾਡਾ ਕਰਜ਼ਾ ਮਾਫ ਹੋ ਜਾਣਾ, ਉਹਨਾਂ ਨੇ ਰੀਪੇਮੈਂਟ ਬੰਦ ਕਰ ਲਈ, ਡਿਫਾਲਟਰ ਹੋ ਗਏ। ਜਿਹੜਾ ਪੀਨਲ ਇੰਟਰਸਟ ਪੈ ਗਿਆ ਕਿਸਾਨਾਂ ਨੂੰ, 4800 ਕਰੋੜ ਬਣਦਾ। ਕੀ ਮਾਫ ਕੀਤਾ ਜੀ? ਇਹਨੂੰ ਤੁਸੀਂ ਕਰਜ਼ਾ ਇਦਾਂ ਦੇ ਜਿਹੜੇ ਨਾਰੇ ਨੇ ਪੋਲੀਟੀਕਲ ਲੋਕਾਂ ਦੇ, ਇਹ ਪੋਲੀਟੀਕਲ ਠੱਗੀ ਹੈ। ਲੋਕਾਂ ਨਾਲ ਪੋਲੀਟੀਕਲ ਠੱਗੀ ਲਾਉਂਦੇ ਨੇ। ਇਸੇ ਤਰ੍ਹਾਂ ਮੈਂ ਸਮਝਦਾ ਜਿਹੜੇ ਅੱਜ ਇਹ ਜਿਹੇ ਵਾਅਦੇ ਕਰਦੇ ਨੇ, ਜਦ ਪਤਾ ਉਹਨਾਂ ਨੂੰ ਤੁਹਾਡੇ ਕੋਲ ਕੁਝ ਨਹੀਂ, ਖਜ਼ਾਨੇ 'ਚ ਕੁਝ ਨਹੀਂ, ਫਿਰ ਉਹ ਪੋਲੀਟੀਕਲ ਠੱਗੀ ਫਿਰ ਲਾਉਣਾ ਚਾਹੁੰਦੇ ਨੇ ਲੋਕਾਂ ਨੂੰ। ਮੇਰਾ ਆਖਰੀ ਸਵਾਲ ਆ, ਆਮ ਆਦਮੀ ਪਾਰਟੀ ਨਾਲ ਗੱਠਜੋੜ ਨਾ ਹੋਣ ਦਾ ਥੋੜਾ ਬਹੁਤਾ ਅਫਸੋਸ ਹੈ ਕਿ ਨਹੀਂ? ਨਾ, ਬਿਲਕੁਲ ਨਹੀਂ। ਮੈਨੂੰ ਭੁੱਖ ਤਾਂ ਹੈ ਨਹੀਂ ਕਿਸੇ ਅਹੁਦੇ ਦੀ। ਗੱਠਜੋੜ ਦਾ ਹੋ ਗਿਆ, ਨਹੀਂ ਹੋਇਆ ਨਾ ਸੀ, ਹੋ ਗਿਆ ਤਾਂ ਠੀਕ। ਤੇ ਮੈਨੂੰ ਇਦਾਂ ਦਾ ਮੈਨੂੰ ਕੋਈ ਨਹੀਂ ਹੈ। ਮੈਂ ਕਿਸੇ ਅਸੂਲ ਤੇ ਛੱਡ ਕੇ ਆਇਆ। ਜੇ ਮੈਨੂੰ ਚੀਫ ਮਿਨਿਸਟਰ ਬਣਨ ਦੀ ਭੁੱਖ ਹੁੰਦੀ, ਮੈਂ ਕਹਿੰਦਾ ਜੋ ਮਰਜ਼ੀ ਕਰਦਾ ਕਰੀ ਜੇ, ਮੈਨੂੰ ਤਾਂ ਚੀਫ ਮਿਨਿਸਟਰ ਬਣਾਉਂਦਾ ਹੈ, ਮੈਂ ਚੁੱਪ ਕਰ ਰਹਿੰਦਾ ਤੇ ਮੈਨੂੰ ਚੀਫ ਮਿਨਿਸਟਰ ਬਣਾ ਦਿੰਦਾ। ਚਾਹੇ ਮੈਨੂੰ ਉਹਦੀ ਪਾਲਿਸੀ ਹੈ ਯੂਜ਼ ਐਂਡ ਥਰੋ, ਕੇਜਰੀਵਾਲ ਦੀ ਇਹ ਪਾਲਿਸੀ ਹੈ, ਹਰੇਕ ਬੰਦਾ ਉਹਨੇ ਅੱਜ ਤੱਕ ਵਰਤ ਕੇ ਸਿੱਟਤਾ। ਇੱਕ ਲਾਈਨ ਲੱਗੀ ਹੋਈ ਹੈ, ਜਿਹੜੇ ਵੱਡੇ ਵੱਡੇ ਲੀਡਰ ਉਹਨੇ ਬਗਾਹ ਮਾਰੇ, ਤੇ ਉਦਾਂ ਹੀ ਮੈਨੂੰ ਵੀ 2 ਮਹੀਨੇ 3 ਮਹੀਨੇ ਬਾਅਦ ਬਗਾਹ ਮਾਰਨਾ ਸੀ। ਚੰਗਾ ਹੋਇਆ ਪਹਿਲਾਂ ਹੀ ਬਚ ਗਿਆ, ਤੇ ਮੈਨੂੰ ਅਫਸੋਸ ਕਾਹਦਾ ਹੋ। ਸਮਰਾਲੇ ਦੇ ਵਿੱਚ ਕਿਹਦੇ ਨਾਲ ਟੱਕਰ ਮੰਨਦੇ ਹੋ? ਮੁੱਖ ਤੌਰ ਤੇ ਆਪਣੀ ਟੱਕਰ ਹੈ ਜਿਹੜੀ। ਦੇਖੋ ਜੀ, ਮੈਂ ਸਮਰਾਲੇ 'ਚ ਸਾਰੀ ਉਮਰ ਇੱਥੇ ਲੋਕਾਂ ਦਾ ਕੁਝ ਕੀਤਾ ਹੈ। ਲੋਕੀ ਮੇਰਾ ਸਤਿਕਾਰ ਕਰਦੇ ਨੇ। ਮੈਨੂੰ ਇੱਥੇ ਦੇ ਲੋਕਾਂ ਦੇ ਬਹੁਤ ਵਿਸ਼ਵਾਸ ਹੈ। ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਮੇਰੀ ਗੈਰ ਹਾਜ਼ਰੀ 'ਚ ਲੋਕ ਮੇਰੀ ਵਕਾਲਤ ਕਰਦੇ ਨੇ। ਤੋ ਮੈਂ ਕੀ ਕਹਾਂ, ਕਿਹਦੇ ਨਾਲ ਟੱਕਰ ਹੈ? ਆਮ ਆਦਮੀ ਪਾਰਟੀ ਦਾ ਹੁਣ ਗ੍ਰਾਫ ਹੇਠਾਂ ਜਾ ਰਿਹਾ। ਅਕਾਲੀ ਕਾਂਗਰਸ ਨੂੰ ਲੋਕ ਨਫ਼ਰਤ ਕਰਦੇ ਆ, ਭਾਜਪਾ ਦਾ ਕਿਤੇ ਥਾਂ ਹੀ ਨਹੀਂ। ਸਮਾਂ ਦੱਸੂ ਕੀ ਹੁੰਦਾ। ਕੀ ਕਹਿਣਾ ਚਾਹੋਗੇ ਜਾਣੇ ਜਾਂਦੇ ਪ੍ਰਾਈਮ ਮਿਨਿਸਟਰ ਦੇ ਦਰਸ਼ਕਾਂ? ਮੈਂ ਦਰਸ਼ਕਾਂ ਨੂੰ ਸਿਰਫ ਇਹ ਕਹਾਂਗਾ ਵੀ ਪੰਜਾਬ 'ਚ ਬਦਲਾਅ ਦੀ ਲੜਾਈ ਹੈ। ਸਮਝ ਕੇ ਵੋਟ ਪਾਇਓ। ਜੇ ਤਾਂ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਹੈਗੇ ਰਵਾਇਤੀ ਪੋਲੀਟੀਸ਼ੀਅਨ ਇਹ ਪੰਜਾਬ ਦਾ ਭਲਾ ਕਰ ਦੇਣਗੇ, ਜੀ ਸਦਕੇ ਪਾਇਓ। ਪਰ ਜਿਸ ਤਰ੍ਹਾਂ ਦੀ ਸਥਿਤੀ ਪੰਜਾਬ ਦੀ ਹੋਗੀ, ਤੁਸੀਂ ਅੰਦਾਜ਼ਾ ਲਾਇਆ, ਤੁਹਾਡੇ ਬੱਚਿਆਂ 'ਚ ਇੱਕ ਭਾਵਨਾ ਇਹ ਪੈਦਾ ਹੋਗੀ ਵੀ ਇੱਥੇ ਸਾਡਾ ਫਿਊਚਰ ਹੈ ਨਹੀਂ। ਬਿਲਕੁਲ। ਜਿਹੜੇ ਇੰਟੈਲੀਜੈਂਟ ਬੱਚੇ ਨੇ ਉਹ ਆਈਲੈਟ ਕਰਦੇ ਨੇ, ਬਾਹਰ ਨੂੰ ਭੱਜੇ ਜਾਂਦੇ ਨੇ। ਕਿਸੇ ਵੇਲੇ ਪੰਜਾਬ ਤੋਂ ਬਾਹਰੋਂ ਪੈਸਾ ਆਉਂਦਾ ਹੁੰਦਾ ਸੀ, ਹੁਣ ਨਾਲ 25, 30, 40 ਲੱਖ ਰੁਪਈਆ ਵੀ ਲੈ ਜਾਂਦੇ ਨੇ। ਬ੍ਰੇਨ ਡਰੇਨ ਵੀ ਹੋ ਰਹੀ ਹੈ, ਇਕਨੋਮਿਕ ਡਰੇਨ ਵੀ ਹੋ ਰਹੀ ਹੈ। ਤੇ ਇਹੋ ਜਿਹੀ ਸਥਿਤੀ ਪੈਦਾ ਕਰਤੀ, ਇਹ ਪਾਰਟੀਆਂ ਡਿਜ਼ਰਵ ਕਰਦੀਆਂ। ਜੇ ਅੱਜ ਵੀ ਲੋਕ ਉਹਨਾਂ ਨੂੰ ਵੋਟ ਕਰਨਗੇ, ਮੈਂ ਸਮਝਦਾ ਜਿਹੜੇ ਲੋਕ ਵੀ ਵੋਟ ਕਰਨਗੇ, ਲੱਖ ਵੋਟ ਪਵੇ, 10 ਲੱਖ ਵੋਟ ਪਵੇ, ਉਹ ਮੈਂ ਸਮਝਦਾ ਪੰਜਾਬ ਦੇ ਵਿਰੋਧੀ ਨੇ। ਕਿਸੇ ਕੀਮਤ ਤੇ ਮੈਂ ਜੇ ਨਾ ਵੀ ਇਲੈਕਸ਼ਨ ਲੜਦਾ ਹੁੰਦਾ, ਮੈਂ ਸਮਝਦਾ ਉਹ ਲੋਕ ਪੰਜਾਬ ਵਿਰੋਧੀ ਨੇ। ਉਹਨਾਂ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਔਰ ਉਹ ਬੇਈਮਾਨ ਨੇ। ਰਾਜਵੰਸ਼ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਸਮਾਂ ਦਿੱਤਾ, ਦਿਲੀ ਸ਼ੁਕਰੀਆ। ਮਿਹਰਬਾਨੀ, ਥੈਂਕ ਯੂ।
ਸੋ ਦੋਸਤੋ, ਇਹ ਸਨ ਬਲਵੀਰ ਸਿੰਘ ਰਾਜੇਵਾਲ, ਜਿਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਆ। ਸਮਰਾਲੇ ਤੋਂ ਆਜ਼ਾਦ ਉਮੀਦਵਾਰ ਨੇ, ਮੰਜਾ ਚੋਣ ਨਿਸ਼ਾਨ ਹੈ। ਤੁਸੀਂ ਇਹਨਾਂ ਦੇ ਵਿਚਾਰਾਂ ਦੇ ਨਾਲ ਕਿੰਨੇ ਸਹਿਮਤ ਹੋ, ਇਹ ਸਾਨੂੰ ਆਪਣੀਆਂ ਟਿੱਪਣੀਆਂ ਦੇ ਰਾਹੀਂ ਜ਼ਰੂਰ ਦੱਸਿਓ। ਪ੍ਰਾਈਮ ਇਲੈਕਸ਼ਨ ਦੇ ਤਹਿਤ ਕਿਸੇ ਹੋਰ ਸ਼ਖਸੀਅਤ ਦੇ ਨਾਲ, ਕਿਸੇ ਹੋਰ ਰਾਜਨੀਤਿਕ ਵਿਅਕਤੀ ਦੇ ਨਾਲ ਗੱਲਬਾਤ ਲੈ ਕੇ ਮੁੜ ਹਾਜ਼ਰ ਹੋਵਾਂਗੇ। ਬਹੁਤ ਬਹੁਤ ਮਿਹਰਬਾਨੀ।